ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਗੱਲਾਂ ਬਾਤਾਂ ਜਿਹੜੀਆਂ ਕੈਨੇਡਾ ਦੇ ਵਿੱਚ ਚੱਲ ਰਹੀਆਂ, ਕੈਨੇਡਾ ਦੀ ਅਖਬਾਰਾਂ ਦੇ ਵਿੱਚ ਜਿਹੜੀਆਂ ਸੁਰਖੀਆਂ ਬਣੀਆਂ ਉਹ ਤੁਹਾਡੀਆਂ ਨਾਲ ਸਾਂਝੀਆਂ ਕਰਨ ਦੇ ਲਈ। ਰੂਸ ਯੂਕਰੇਨ ਦਾ ਯੁੱਧ ਲਗਾਤਾਰ 26ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ। ਅਜੇ ਵੀ ਦੁਨੀਆ ਦੀਆਂ ਅਖਬਾਰਾਂ ਦੇ ਵਿੱਚ ਇਹ ਮਾਮਲਾ ਪ੍ਰਮੁੱਖਤਾ ਦੇ ਨਾਲ ਛਾਪਿਆ ਜਾ ਰਿਹਾ। ਕੈਨੇਡਾ ਦੇ ਵਿੱਚ ਰੇਲਾਂ ਦੀ ਹੜਤਾਲ ਹੋਈ ਆ, ਰੇਲਾਂ ਦਾ ਕੰਮਕਾਰ ਬੰਦ ਹੋ ਗਿਆ। ਇਹਦਾ ਲੋਕਾਂ ਦੇ ਉੱਤੇ ਕੀ ਅਸਰ ਪਊਗਾ, ਇਹਦੇ ਬਾਰੇ ਵੀ ਗੱਲਬਾਤ ਕਰਾਂਗੇ। ਇਲੈਕਟ੍ਰਿਕ ਵਹੀਕਲ ਜ਼ਿਆਦਾ ਪੋਪੂਲਰ ਹੋ ਰਹੇ ਆ, ਗੈਸ ਦੀਆਂ ਕੀਮਤਾਂ ਥੱਲੇ ਨਹੀਂ ਆ ਰਹੀਆਂ ਅਤੇ ਲੋਕ ਹੁਣ ਜਿਹੜੀਆਂ ਚਾਰਜ ਨਾਲ ਚੱਲਣ ਵਾਲੀਆਂ ਕਾਰਾਂ ਆ ਉਹਨਾਂ ਵੱਲ ਨੂੰ ਜ਼ਿਆਦਾ ਹੋ ਰਹੇ ਆ। ਇਹਦੇ ਬਾਰੇ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਅੱਜ ਵਰਲਡ ਪੋਇਟਰੀ ਡੇ ਆ, ਵਿਸ਼ਵ ਕਵਿਤਾ ਦਿਵਸ। ਡਾਕਟਰ ਸਾਧੂ ਸਿੰਘ ਹੋਣਾ ਦੇ ਨਾਲ ਇਹਦੇ ਬਾਰੇ ਆਪਾਂ ਪ੍ਰੋਗਰਾਮ ਦੇ ਆਖਰ ਦੇ ਵਿੱਚ ਗੱਲਬਾਤ ਕਰਨੀ ਹੈ ਕਿ ਕਵਿਤਾ ਕੀ ਹੁੰਦੀ ਹੈ, ਇਹਦਾ ਮਨੁੱਖ ਦੇ ਉੱਤੇ ਕੀ ਪ੍ਰਭਾਵ ਹੁੰਦਾ, ਅਸਰ ਹੁੰਦਾ, ਅਸੀਂ ਗੀਤ ਕਿਉਂ ਸੁਣਦੇ ਹਾਂ, ਅਸੀਂ ਸ਼ਾਇਰੀ ਕਿਉਂ ਪੜ੍ਹਦੇ ਹਾਂ, ਇਹਦੇ ਬਾਰੇ ਕੁਝ ਗੱਲਾਂ ਬਾਤਾਂ ਕਰਾਂਗੇ। ਕੁਝ ਹੋਰ ਖਬਰਾਂ ਤੁਹਾਡੇ ਨਾਲ। ਰੂਸ ਯੂਕਰੇਨ ਯੁੱਧ ਤੋਂ ਸ਼ੁਰੂਆਤ ਕਰਦੇ ਹਾਂ। ਰੂਸ ਯੂਕਰੇਨ ਯੁੱਧ ਅਜੇ ਵੀ ਚੱਲ ਰਿਹਾ, 26ਵੇਂ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਅਤੇ ਮਾਮਲਾ ਇਸ ਵੇਲੇ ਇਹ ਸਾਹਮਣੇ ਆ ਰਿਹਾ ਕਿ ਜਿਸ ਤਰੀਕੇ ਦੇ ਨਾਲ ਵਲਾਦੀਮੀਰ ਪੁਤਿਨ ਨੇ ਉੱਥੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹਦੇ ਤੋਂ ਬਾਅਦ ਇੱਕ ਅੰਦਾਜ਼ਾ ਲਾਇਆ ਸੀ ਕਿ ਕੁਝ ਦਿਨਾਂ ਦੀ ਖੇਡ ਦੇ ਵਿੱਚ ਹੀ ਉਹਨੇ ਯੂਕਰੇਨ ਦੇ ਉੱਤੇ ਕਬਜ਼ਾ ਕਰ ਲੈਣਾ, ਉਹ ਗੱਲ ਬਣੀ ਨਹੀਂ। ਅਤੇ ਹੁਣ ਖਬਰਾਂ ਇਹ ਦੱਸੀਆਂ ਜਾ ਰਹੀਆਂ ਕਿ ਰੂਸ ਪਲਾਨ ਬੀ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਰਿਹਾ ਕਿ ਕਿਉਂਕਿ ਹੁਣ ਜੋ ਇਸ ਤਰੀਕੇ ਦੇ ਨਾਲ ਉਹਨੇ ਸੋਚਿਆ ਸੀ ਉਹ ਨਹੀਂ ਹੋਇਆ, ਤਾਂ ਹੁਣ ਕੀ ਕਰਨਾ, ਇਹਦੇ ਉੱਤੇ ਕੰਮਕਾਰ ਕੀਤਾ ਜਾ ਰਿਹਾ। ਅਤੇ ਰੂਸ ਇਹ ਵੀ ਸੋਚਣ ਲਈ ਮਜਬੂਰ ਹੋ ਗਿਆ ਕਿ ਕਿਸੇ ਨਾ ਕਿਸੇ ਤਰ੍ਹਾਂ ਹੁਣ ਯੂਕਰੇਨ ਦੇ ਕੁਝ ਹਿੱਸੇ ਨੂੰ ਆਪਣੇ ਅੰਡਰ ਕਰਕੇ ਨੈਟੋ ਨੂੰ ਜਾਂ ਯੂਕਰੇਨ ਨੂੰ ਮਨਾ ਲਿਆ ਜਾਵੇ ਅਤੇ ਉਹਦੇ ਤੋਂ ਬਾਅਦ ਗੱਲਬਾਤ ਜਿਹੜੀ ਸੀਜ਼ ਫਾਇਰ ਆ ਇਹ ਕਰ ਦਿੱਤੀ ਜਾਵੇ। ਯੂਕਰੇਨ ਕਿਉਂਕਿ ਅੜ ਗਿਆ ਰੂਸ ਦੇ ਮੂਹਰੇ, ਉਹ ਇੱਕ ਬਹੁਤ ਵੱਡੀ ਗੱਲ ਸੀ, ਇਤਿਹਾਸਕ ਗੱਲ ਸੀ। ਰੂਸ ਦੇ ਜ਼ੇਲੈਂਸਕੀ ਜਦੋਂ ਉਹ ਯੂਕਰੇਨ ਦੇ ਜ਼ੇਲੈਂਸਕੀ ਜਦੋਂ ਇਹ ਕਹਿੰਦੇ ਆ, ਅਮਰੀਕਾ ਨੇ ਉੱਥੋਂ ਦੇ ਰਾਸ਼ਟਰਪਤੀ ਨੂੰ ਕਿਹਾ ਸੀ ਕਿ ਅਸੀਂ ਤੁਹਾਨੂੰ ਇੱਥੋਂ ਬਾਹਰ ਕੱਢ ਲੈਂਦੇ ਹਾਂ, ਅਸੀਂ ਜਹਾਜ਼ ਭੇਜ ਦਿੰਦੇ ਹਾਂ, ਤੁਸੀਂ ਸੁਰੱਖਿਅਤ ਰੂਪ ਵਿੱਚ ਯੂਕਰੇਨ ਛੱਡ ਕੇ ਆ ਸਕਦੇ ਹੋ। ਤਾਂ ਉਹਨਾਂ ਦਾ ਫਰਵਰੀ ਦੇ ਵਿੱਚ ਬਿਆਨ ਆਇਆ ਸੀ ਕਿ ਮੈਨੂੰ ਜਹਾਜ਼ ਨਹੀਂ ਚਾਹੀਦਾ ਮੈਨੂੰ ਕੱਢਣ ਦੇ ਲਈ, ਮੈਨੂੰ ਐਨੂਮੇਸ਼ਨ ਚਾਹੀਦਾ, ਮੈਨੂੰ ਅਸਲਾ ਚਾਹੀਦਾ, ਮੈਨੂੰ ਹਥਿਆਰ ਚਾਹੀਦੇ ਆ, ਉਹ ਭੇਜੋ। ਔਰ ਉਸ ਇੱਕ ਦਲੇਰਾਨਾ ਬਿਆਨ ਨੇ ਯੂਕਰੇਨ ਨੂੰ ਖੜ੍ਹਾ ਕਰ ਦਿੱਤਾ ਰੂਸ ਦੇ ਸਾਹਮਣੇ। ਅਤੇ ਹੁਣ ਰੂਸ ਅਜੇ ਤੱਕ ਅੜਿਆ ਆ, ਜਿੰਨਾ ਕੁ ਅੰਦਾਜ਼ਾ ਯੂਕਰੇਨ ਜਿਹੜਾ ਰੂਸ ਦੇ ਸਾਹਮਣੇ ਅਜੇ ਤੱਕ ਅੜਿਆ ਆ, ਜਿੰਨਾ ਕੁ ਅੰਦਾਜ਼ਾ ਰੂਸ ਨੇ ਲਾਇਆ ਸੀ ਕਿ ਅਸੀਂ ਸੌਖਿਆਂ ਜਾ ਕੇ ਇਹਨੂੰ ਸਾਰੇ ਕੁਛ ਨੂੰ ਆਪਣੇ ਕਬਜ਼ੇ 'ਚ ਕਰ ਲਾਂਗੇ, ਉਹ ਗੱਲ ਬਣ ਨਹੀਂ ਰਹੀ। ਅੱਜ 26ਵਾਂ ਦਿਨ ਆ ਰੂਸੀ ਸੈਨਾ ਦੇ ਹਮਲੇ ਦੇ। ਇੱਕ ਜਿਹੜਾ ਉੱਥੋਂ ਦਾ ਕੈਮੀਕਲ ਪਲਾਂਟ ਆ ਉਹਦੇ ਵਿੱਚੋਂ ਵੀ ਅਮੋਨੀਆ ਲੀਕ ਹੋਈ ਆ, ਇਹ ਵੀ ਦੱਸਿਆ ਜਾ ਰਿਹਾ। ਇਹਦੇ ਤੋਂ ਬਾਅਦ ਪਲਾਂਟ ਦੇ 5 ਕਿਲੋਮੀਟਰ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੂੰ ਉੱਥੋਂ ਸੁਰੱਖਿਅਤ ਥਾਂ ਦੇ ਉੱਤੇ ਜਾਣ ਲਈ ਕਹਿ ਦਿੱਤਾ ਗਿਆ। ਐਤਵਾਰ ਰਾਤ ਨੂੰ ਕੀਵ ਦੇ ਵਿੱਚ ਇੱਕ ਸ਼ਾਪਿੰਗ ਮਾਲ ਦੇ ਉੱਤੇ ਏਅਰ ਸਟ੍ਰਾਈਕ ਕੀਤੀ ਹੈ। ਇੱਥੇ ਵੀ ਦੱਸਦੇ ਆ ਕਿ 6 ਲੋਕਾਂ ਦੀ ਮੌਤ ਹੋਈ ਆ। ਉਧਰ ਜਿਹੜੇ ਮਰੀਆਪੋਲ ਸ਼ਹਿਰ ਆ ਉਹ ਫਾਈਨਲ ਕਬਜ਼ੇ ਦੇ ਲਈ ਰੂਸ ਦੇ ਵੱਲੋਂ ਜਿਹੜੀ ਸਰੈਂਡਰ ਦੀ ਡੈਡਲਾਈਨ ਦਿੱਤੀ ਗਈ ਸੀ ਉਹ ਖਤਮ ਹੋ ਗਈ। ਰੂਸ ਨੇ ਇਹਨਾਂ ਨੂੰ ਕਿਹਾ ਸੀ ਤੁਸੀਂ ਸਰੈਂਡਰ ਕਰ ਦਿਓ, ਅਸੀਂ ਇਹਦੇ ਉੱਤੇ ਕਬਜ਼ਾ ਕਰ ਲਾਂਗੇ ਅਤੇ ਕੁਛ ਵੀ ਨਹੀਂ ਕਰਾਂਗੇ। ਪਰ ਦੱਸ ਦਿਆ ਕੋਈ ਡੈਡਲਾਈਨ ਖਤਮ ਹੋ ਗਈ। ਰਾਊਟਰਸ ਦੇ ਮੁਤਾਬਕ ਰੂਸ ਨੇ ਐਤਵਾਰ ਰਾਤ ਨੂੰ ਜਿਹੜਾ ਮਰੀਆਪੋਲ ਐਡਮਿਨਿਸਟ੍ਰੇਸ਼ਨ ਆ ਉਹਨੂੰ ਸਰੈਂਡਰ ਕਰਨ ਦੇ ਲਈ ਮਾਸਕੋ ਦੇ ਟਾਈਮ ਦੇ ਹਿਸਾਬ ਨਾਲ ਸਵੇਰੇ 5 ਵਜੇ ਦਾ ਟਾਈਮ ਉਹਦਾ ਡੈਡਲਾਈਨ ਦਿੱਤੀ ਸੀ ਅਤੇ ਯੂਕਰੇਨ ਨੇ ਸਰੈਂਡਰ ਕਰਨ ਤੋਂ ਨਾ ਕਰ ਦਿੱਤੀ। ਉਹ ਕਹਿੰਦੇ ਸਾਡਾ ਸਰੈਂਡਰ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। CNN ਦੇ ਮੁਤਾਬਕ ਯੂਕਰੇਨ ਦੇ ਜਿਹੜੀ ਡਿਪਟੀ PM ਇਰੀਨਾ ਵਰਿਸ਼ਚੁਕ ਆ, ਉਹਨਾਂ ਨੇ ਸਰੈਂਡਰ ਕਰਨ ਦਾ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਅਸੀਂ ਕਿਸੇ ਵੀ ਤਰ੍ਹਾਂ ਸਰੈਂਡਰ ਨਹੀਂ ਕਰ ਰਹੇ। ਇਹਦੇ ਬਾਰੇ ਵਿੱਚ ਰੂਸ ਨੂੰ ਕਹਿੰਦੇ ਪਹਿਲੇ ਅਸੀਂ ਦੱਸ ਚੁੱਕੇ ਹਾਂ ਕਿ ਜਿਹੜਾ ਰੂਸ ਨੇ ਸਾਨੂੰ ਇੱਕ ਚਿੱਠੀ ਲਿਖ ਕੇ ਦੱਸਿਆ ਕਿ ਜੇ ਤੁਸੀਂ ਇੱਦਾਂ ਕਰ ਲਓਗੇ ਤਾਂ ਅਸੀਂ ਕੁਛ ਨਹੀਂ ਕਰਾਂਗੇ। ਵੀ ਜਿਹੜੀ 8 ਪੇਜ ਦੀ ਇੱਕ ਲੈਟਰ ਲਿਖੀ ਆ ਉਹ ਟਾਈਮ ਖਰਾਬ ਕੀਤਾ ਅਤੇ ਉਹਦੀ ਬਜਾਏ ਇੱਥੇ ਹਿਊਮਨ ਕੋਰੀਡੋਰ ਖੋਲ੍ਹ ਦੇਵੇ ਤਾਂ ਕਿ ਲੋਕਾਂ ਦਾ ਬਚਾਅ ਹੋ ਸਕੇ। ਰੂਸ ਦੇ ਜਿਹੜਾ ਪੱਛਮੀ ਯੂਕਰੇਨ ਦਾ ਵਿਟਾਲੀ ਕੋਵਲ ਉਹਦੇ ਰਿਜੇ ਦੇ ਵਿੱਚ ਇੱਕ ਮਿਲਟਰੀ ਟ੍ਰੇਨਿੰਗ ਗਰਾਊਂਡ ਦੇ ਉੱਤੇ 2 ਮਿਜ਼ਾਈਲਾਂ ਦੱਸਦੇ ਦਾਗੀਆਂ, ਜਿਹੜੀਆਂ ਅੱਜ 26ਵੇਂ ਦਿਨ ਉੱਥੋਂ ਦੀਆਂ ਖਬਰਾਂ ਆ ਰਹੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਯੂਕਰੇਨ ਨੇ ਇਹ ਵੀ ਦਾਅਵਾ ਕੀਤਾ ਕਿ ਉਹਦੀ ਜਿਹੜੀ ਹਵਾਈ ਸੈਨਾ ਆ ਉਹਨੇ ਰੂਸ ਦੇ ਸੈਨਾ ਦੇ ਇੱਕ ਜਹਾਜ਼ ਅਤੇ 2 ਕਰੂਜ਼ ਮਿਜ਼ਾਈਲਾਂ ਤਬਾਹ ਕਰ ਦਿੱਤੀਆਂ। ਇਹ ਵੀ ਪਤਾ ਲੱਗ ਰਿਹਾ ਕਿ ਚੀਨ ਯੂਕਰੇਨ ਨੂੰ ਜਿਹੜੀ ਮਾਨਵੀ ਸਹਾਇਤਾ ਦੇ ਰੂਪ ਦੇ ਵਿੱਚ $1.5 ਮਿਲੀਅਨ ਦੇ ਰਿਹਾ। ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਕੀਵ ਦਾ ਦੌਰਾ ਕਰ ਸਕਦੇ ਆ। ਅਧਿਕਾਰੀਆਂ ਨਾਲ ਇਸ ਮੁੱਦੇ ਦੇ ਉੱਤੇ ਚਰਚਾ ਵੀ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੀ ਪਤਾ ਲੱਗਿਆ ਕਿ ਸ਼ੁੱਕਰਵਾਰ ਨੂੰ ਪੋਲੈਂਡ ਜਾ ਰਿਹਾ ਅਤੇ ਨੈਟੋ ਅਤੇ ਯੂਰਪੀ ਸੰਘ ਦੇ ਜਿਹੜੇ ਬਾਕੀ ਮੈਂਬਰ ਆ ਉਹਨਾਂ ਦੇ ਨਾਲ ਯੂਕਰੇਨ ਦੇ ਇਸ ਸੰਕਟ ਦੇ ਉੱਤੇ ਉਹ ਗੱਲਬਾਤ ਕਰਨਗੇ। ਸੋ ਯੂਕਰੇਨ ਇਹ ਦਾਅਵਾ ਕਰ ਰਿਹਾ ਕਿ ਮਰੀਆਪੋਲ ਦੇ ਵਿੱਚ ਨਾਗਰਿਕਾਂ ਨੂੰ ਜ਼ਬਰਦਸਤੀ ਜਿਹੜਾ ਰੂਸ ਦੇ ਵਿੱਚ ਭੇਜਿਆ ਜਾ ਰਿਹਾ।
UN ਦੇ ਅੰਕੜਿਆਂ ਦੇ ਅਨੁਸਾਰ ਹੁਣ ਤੱਕ 3.3 ਮਿਲੀਅਨ ਲੋਕ ਯੂਕਰੇਨ ਛੱਡ ਕੇ ਜਾ ਚੁੱਕੇ ਆ। ਬਹੁਤ ਵੱਡੀ ਗਿਣਤੀ। ਪੋਲੈਂਡ ਦੇ ਡਿਪਟੀ ਪ੍ਰਾਈਮ ਮਿਨਿਸਟਰ ਜੋਰੈਸਕੋ ਕਾਗਜ਼ਿਆਂਸਕੀ ਨੇ ਇਹ ਗੱਲ ਕਹੀ ਆ, ਜਿਹੜਾ ਨਾਟੋ ਸਮਿਟ ਆ ਉਹਦੇ ਵਿੱਚ ਯੂਕਰੇਨ ਦੇ ਲਈ ਪੀਸ ਕੀਪਿੰਗ ਮਿਸ਼ਨ ਦਾ ਉਹ ਇੱਕ ਜਿਹੜਾ ਪ੍ਰਪੋਜ਼ਲ ਆ ਉਹ ਰੱਖਣਗੇ। ਹਾਲਾਂਕਿ ਪੀਸ ਕੀਪਿੰਗ ਮਿਸ਼ਨ ਦੀ ਸੰਭਾਵਨਾ ਨੂੰ ਅਮਰੀਕਾ ਜਿਹੜਾ ਉਹ ਐਤਵਾਰ ਨੂੰ ਖਾਰਜ ਕਰ ਚੁੱਕਿਆ। ਇਸ ਮਾਮਲੇ ਦੇ ਵਿੱਚ ਅਮਰੀਕਾ ਦੇ ਜਿਹੜੇ ਚੀਨ ਦੇ ਰਾਜਦੂਤ ਆ ਕਿਵਚ ਗੈਂਗ, ਉਹਨਾਂ ਨੇ ਵੀ ਇਹਨਾਂ ਖਬਰਾਂ ਨੂੰ ਗਲਤ ਦੱਸਿਆ, ਜਿਹਦੇ ਵਿੱਚ ਚੀਨ ਦੇ ਪਾਸਿਓਂ ਰੂਸ ਨੂੰ ਹਥਿਆਰਾਂ ਦੀ ਸਪਲਾਈ ਤੇ ਯੂਕਰੇਨ ਜੰਗ ਦੇ ਵਿੱਚ ਸਪੋਰਟ ਕਰਨ ਦਾ ਦਾਅਵਾ ਕੀਤਾ ਜਾ ਰਿਹਾ। ਉਹਨਾਂ ਦੇ ਕਹਿਣ ਮੁਤਾਬਕ ਇਹ ਖਬਰਾਂ ਗਲਤ ਆ। ਅਜੇ ਤੱਕ ਚੀਨ ਨੇ ਕੋਈ ਵੀ ਰੂਸ ਨੂੰ ਹਥਿਆਰਾਂ ਦੀ ਸਪਲਾਈ ਜਾਂ ਇਸ ਤਰ੍ਹਾਂ ਦੀ ਸਹਾਇਤਾ ਨਹੀਂ ਦਿੱਤੀ। ਜਿਹੜੇ ਯੂਕਰੇਨ ਐਡਮਿਨਿਸਟ੍ਰੇਸ਼ਨ ਨੇ ਰੂਸ ਦੇ ਸਮਰਥਕ ਕਹੇ ਜਾਣ ਵਾਲੇ ਜਿਹੜੇ ਵਿਰੋਧੀ ਨੇਤਾ ਆ ਵਿਕਟਰ ਮੈਦਵਿਚਕ, ਉਹਨਾਂ ਦੀ ਪਾਰਟੀ ਸਮੇਤ 11 ਜਿਹੜੇ ਉਹਨਾਂ ਦੇ ਪੋਲੀਟੀਕਲ ਲੀਡਰ ਆ, ਉਹਨਾਂ ਦੀ ਰਜਿਸਟ੍ਰੇਸ਼ਨ ਸਸਪੈਂਡ ਕਰ ਦਿੱਤੀ ਹੈ। ਰੂਸ ਇਹ ਵੀ ਗੱਲ ਕਹੀ ਗਈ ਸੀ ਕਿ ਰੂਸ ਦੇ ਇੱਕ ਕਮਾਂਡਰ ਨੂੰ ਮਾਰ ਦਿੱਤਾ ਗਿਆ ਹੈ। ਰੂਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ। ਟੈਲੀਗ੍ਰਾਮ ਪੋਸਟ ਦੇ ਵਿੱਚ ਕਿਹਾ ਸੀ ਕਿ ਜੰਗ ਦੇ ਦੌਰਾਨ ਜਿਹੜੇ ਪੋਸਟ ਕੈਪਟਨ ਆਂਦਰੇਈ ਪੇਲੀ ਆ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ, ਪਰ ਰੂਸ ਇਹਨਾਂ ਖਬਰਾਂ ਦਾ ਖੰਡਨ ਕਰ ਰਿਹਾ ਹੈ। ਹੁਣ ਇਹ ਸਾਰੇ ਕੁਛ ਦੇ ਵਿੱਚ ਰੂਸ ਦੀ ਰਣਨੀਤੀ ਕੀ ਹੁੰਦੀ ਆ, ਹੁਣ ਰੂਸ ਕੀ ਕਰਦਾ ਇਹਦੇ ਤੋਂ ਬਾਅਦ? ਕੀ ਉਹਨੂੰ ਇਹ ਰੋਕ ਦਿੰਦਾ ਇੱਥੇ ਹੀ ਸਾਰੇ ਕੁਛ ਨੂੰ, ਜਾਂ ਇਹਨੂੰ ਅੱਗੇ ਕਿਸੇ ਥਾਂ ਦੇ ਉੱਤੇ ਜਾ ਕੇ ਕੋਈ ਸਹਿਮਤੀ ਦਿੰਦੇ ਆ ਕਿ ਇਹਦੇ ਤੋਂ ਬਾਅਦ ਅਸੀਂ ਇਹਨੂੰ ਬੰਦ ਕਰ ਦਿਆਂਗੇ ਲੜਾਈ ਨੂੰ? ਸੋ ਹੁਣ ਪਲਾਨ ਬੀ ਕੀ ਆ ਰਸ਼ੀਆ ਦਾ, ਇਹਦੇ ਉੱਤੇ ਕਹਿੰਦੇ ਉਹ ਬੈਠ ਕੇ ਗੱਲਬਾਤ ਕਰ ਰਹੇ ਆ, ਇਹਦੇ ਬਾਰੇ ਵਿਚਾਰਾਂ ਕਰ ਰਹੇ ਆ। ਅਤੇ ਜਿਹੜੇ ਸੀਨੀਅਰ ਅਫੀਸ਼ੀਅਲ ਆ ਇੱਥੇ ਅਮਰੀਕਾ ਦੇ ਵਿੱਚ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਸੀਨੀਅਰ ਅਫੀਸ਼ੀਅਲ ਵੀ ਇਸ ਗੱਲ ਦਾ ਖੁਲਾਸਾ ਕਰ ਰਹੇ ਆ ਕਿ ਰੂਸ ਹੁਣ ਸੋਚ ਰਿਹਾ ਕਿ ਉਹ ਕਿਸ ਤਰੀਕੇ ਨਾਲ ਉਹਦੇ ਉੱਤੇ ਕਬਜ਼ਾ ਵੀ ਕਰ ਲਵੇ ਜਿੰਨੇ ਕੁ ਇਲਾਕੇ ਦੇ ਉੱਤੇ ਹੋ ਸਕਦਾ, ਅਤੇ ਇਹਦੇ ਵਿੱਚੋਂ ਬਚ ਕੇ ਨਿਕਲ ਵੀ ਜਾਵੇ, ਤਾਂ ਕਿ ਇੱਦਾਂ ਵੀ ਨਾ ਲੱਗੇ ਕਿ ਉਹ ਇਹਦੇ ਉੱਤੋਂ ਜਿਹੜਾ ਭੱਜ ਗਿਆ ਜਾਂ ਉਹਦੇ ਕੋਲੋਂ ਯੂਕਰੇਨ ਨੂੰ ਕਾਬੂ ਦੇ ਵਿੱਚ ਨਹੀਂ ਹੋਇਆ। ਜਿਹੜਾ ਯੂਕਰੇਨ ਦਾ ਦੱਖਣੀ ਅਤੇ ਜਿਹੜਾ ਪੂਰਬੀ ਭਾਗ ਆ, ਦੱਖਣੀ ਅਤੇ ਪੂਰਬੀ ਟੈਰੀਟਰੀਜ਼ ਆ, ਉਹਨਾਂ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਰੂਸ ਇਸ ਵੇਲੇ ਚਾਹੁੰਦਾ ਕਿ ਦੁਨੀਆ ਸਹਿਮਤ ਹੋ ਜਾਵੇ ਵੀ ਇਹ ਸਾਡੇ ਕੋਲ ਹੈਗੇ ਆ। ਜਿਹੜਾ ਕ੍ਰੀਮੀਆ ਹੈਗਾ ਅਤੇ ਡੋਨਬਾਸ ਆ, ਇਹ 2014 ਦੇ ਵਿੱਚ ਰੂਸ ਨੇ ਇਹਦੇ ਦੋਵਾਂ ਦੇ ਉੱਤੇ ਕਬਜ਼ਾ ਕਰ ਲਿਆ ਸੀ। ਹੁਣ ਉਹ ਇੱਕ ਸਿਕਿਉਰ ਲੈਂਡ ਬ੍ਰਿਜ ਚਾਹੁੰਦਾ ਆ ਵੈਸਟਰਨ ਰਸ਼ੀਆ ਦੇ ਵਿੱਚ, ਅਤੇ ਜਿਹੜਾ ਇਸ ਪਾਸੇ ਦੇ ਉੱਤੇ, ਤਾਂ ਕਿ ਜਿਹੜਾ ਡੋਨਬਾਸ ਰੀਜਨ ਆ ਉਹਦੇ ਉੱਤੇ ਉਹਦਾ ਕੰਟਰੋਲ ਵੱਧ ਸਕੇ। ਲੱਗਦਾ ਆ ਹੁਣ ਜਿਹੜੇ ਅਧਿਕਾਰੀ ਦੱਸ ਰਹੇ ਆ ਕਿ ਇਸ ਪਲਾਨ ਦੇ ਤਹਿਤ ਰੂਸ ਇਹਨਾਂ ਯੂਕਰੇਨ ਦੇ ਕੁਝ ਇਲਾਕਿਆਂ ਦੇ ਉੱਤੇ ਕਬਜ਼ਾ ਕਰਕੇ ਇਹਨਾਂ ਨੂੰ ਆਪਣੇ ਅੰਡਰ ਕਰਕੇ ਅਤੇ ਉਹਦੇ ਲਈ ਦੁਨੀਆ ਤੋਂ ਸਹਿਮਤੀ ਲੈ ਕੇ ਫਿਰ ਇਹਨੂੰ ਬੰਦ ਕਰ ਸਕਦਾ, ਜਾਂ ਇਹਦੇ ਬਾਰੇ ਕੋਈ ਹੋਰ ਪਲਾਨ ਕਰ ਸਕਦਾ। ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸੋਚਿਆ ਸੀ ਕਿ ਅਸੀਂ ਕੁਝ ਦਿਨਾਂ ਦੀ ਖੇਡ ਤੋਂ ਬਾਅਦ ਇਹਨੂੰ ਕਬਜ਼ੇ ਦੇ ਵਿੱਚ ਕਰ ਲੈਣਾ ਆ, ਉਹ ਗੱਲ ਬਣੀ ਨਹੀਂ, ਅਤੇ ਲੱਗਦਾ ਹੈ ਕਿ ਉਸ ਗੱਲ ਦੀ ਸੰਭਾਵਨਾ ਭਵਿੱਖ ਦੇ ਵਿੱਚ ਬਹੁਤੀ ਨਹੀਂ ਰਹਿਣੀ, ਕਿਉਂਕਿ ਦੁਨੀਆ ਬਹੁਤ ਵੱਡੇ ਪੱਧਰ ਦੇ ਉੱਤੇ ਰੂਸ ਦੇ ਖਿਲਾਫ ਹੋ ਚੁੱਕੀ ਹੈ। ਮਹਿੰਗਾਈ ਨੇ ਕੈਨੇਡਾ ਦੇ ਵਿੱਚ ਬਹੁਤ ਮਾਰ ਕੀਤੀ ਹੈ। ਆਪਾਂ ਬਹੁਤ ਵਾਰੀ ਇਹ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਇਹ ਖਬਰ ਕੈਨੇਡਾ ਦੇ ਵਿੱਚ ਹੋਰ ਮਹਿੰਗਾਈ ਵਧਣ ਬਾਰੇ ਦੱਸ ਰਹੀ ਹੈ। ਮਾਮਲਾ ਟ੍ਰੇਨ ਦੀ ਹੜਤਾਲ ਦੇ ਨਾਲ ਆ, ਉਹਨਾਂ ਦੇ ਕੰਮਕਾਰ ਰੁਕਣ ਦੇ ਨਾਲ ਆ। CP ਰੇਲ ਟ੍ਰੇਨਸ ਰੁਕ ਗਈਆਂ, ਉਹਨਾਂ ਦੀ ਕੰਪਨੀ ਦੇ ਨਾਲ ਗੱਲਬਾਤ ਸਿਰੇ ਨਹੀਂ ਚੜ੍ਹੀ, ਉਹਨਾਂ ਦੇ ਵੇਜਸ ਨੂੰ ਲੈ ਕੇ, ਉਹਨਾਂ ਦੀ ਪੈਨਸ਼ਨ ਨੂੰ ਲੈ ਕੇ, ਜਿਹਦਾ ਨਤੀਜਾ ਇਹ ਹੋ ਸਕਦਾ ਕਿ ਜਿਹੜੀ ਸਪਲਾਈ ਚੇਨ ਪਹਿਲਾਂ ਹੀ ਰੁਕੀ ਪਈ ਆ ਉਹ ਹੋਰ ਰੁਕ ਸਕਦੀ ਆ। ਅਤੇ ਸਪਲਾਈ ਚੇਨ ਰੁਕਣ ਦਾ ਮਤਲਬ ਬੜਾ ਸਿੱਧਾ ਆ ਕਿ ਚੀਜ਼ਾਂ ਦੀ ਕਮੀ ਹੋ ਸਕਦੀ ਹੈ, ਅਤੇ ਚੀਜ਼ਾਂ ਦੀ ਕਮੀ ਦਾ ਮਤਲਬ ਆ ਕਿ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਸਕਦਾ। ਇਹ ਸਟ੍ਰਾਈਕ, ਇਹ ਕੰਮਕਾਰ ਬੰਦ ਕਰਨ ਬਾਰੇ ਲੰਬੇ ਸਮੇਂ ਤੋਂ ਗੱਲਾਂ ਬਾਤਾਂ ਚੱਲ ਰਹੀਆਂ ਸੀ। ਬਹੁਤ ਚਿਰ ਦੀ ਗੱਲਬਾਤ ਆਪਸ ਦੇ ਵਿੱਚ ਚੱਲ ਰਹੀ ਸੀ, ਪਰ ਗੱਲ ਕਿਸੇ ਸਿਰੇ ਕੰਢੇ ਲੱਗ ਨਹੀਂ ਸੀ ਰਹੀ। ਅਤੇ ਹੁਣ ਇੱਕ ਪਾਸਾ ਕਰਕੇ ਮੁਲਾਜ਼ਮ ਕਹਿ ਰਿਹਾ ਕਿ ਸਾਡੇ ਇੰਪਲਾਇਰ ਨੇ ਸਾਨੂੰ ਮਜਬੂਰ ਕੀਤਾ ਅਤੇ ਅਸੀਂ ਕੰਮ ਬੰਦ ਕੀਤਾ ਆ, ਅਤੇ ਇੰਪਲਾਇਰ ਕਹਿ ਰਿਹਾ ਕਿ ਇਹ ਮੁਲਾਜ਼ਮਾਂ ਨੇ ਕੰਮ ਬੰਦ ਕੀਤਾ ਆ, ਅਸੀਂ ਨੈਗੋਸ਼ੀਏਸ਼ਨ ਦੇ ਲਈ ਤਿਆਰ ਹਾਂ। 3000 ਦੇ ਕਰੀਬ ਇਹਦੇ 'ਚ ਇੰਜੀਨੀਅਰ, ਕੰਡਕਟਰ ਅਤੇ ਹੋਰ ਟ੍ਰੇਨ ਇੰਪਲੋਈਜ਼ ਆ। ਇਹ ਈਸਟਰਨ ਟਾਈਮ 1 ਵਜੇ ਇਹਨਾਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਆ, ਅਤੇ ਜਿਹੜੇ ਕੰਪਨੀ ਅਤੇ ਵਰਕਰ ਦੋਵੇਂ ਹੀ ਆ, ਇਹਨਾਂ ਨੇ ਆਪਣੀਆਂ ਲੰਬਾ ਸਮਾਂ ਗੱਲਾਂ ਬਾਤਾਂ ਨੂੰ, ਇਹਨੂੰ ਡਿਸਪਿਊਟ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਗੱਲਬਾਤ ਕਿਸੇ ਸਿਰੇ ਨਹੀਂ ਚੜ੍ਹੀ। ਥੋੜ੍ਹੇ ਦਿਨ ਪਹਿਲਾਂ ਸਸਕਾਚਵਿਨ ਦੇ ਪ੍ਰੀਮੀਅਰ ਨੇ ਵੀ ਇਹ ਗੱਲਬਾਤ ਕਹੀ ਸੀ ਕਿ ਇੱਦਾਂ ਦਾ ਕਾਨੂੰਨ ਲਿਆਂਦਾ ਜਾਵੇ ਜਿਹਦੇ ਨਾਲ ਇਹਨਾਂ ਨੂੰ ਅਸੈਂਸ਼ੀਅਲ ਵਰਕਰਸ ਦੀ ਕੈਟਾਗਰੀ ਦੇ ਵਿੱਚ ਰੇਲ ਦੇ ਮੁਲਾਜ਼ਮਾਂ ਨੂੰ ਪਾ ਦਿੱਤਾ ਜਾਵੇ,
ਤਾਂ ਕਿ ਇਹ ਹੜਤਾਲ ਤੇ ਨਾ ਜਾ ਸਕਣ। ਪਰ ਹੁਣ ਇੱਦਾਂ ਦਾ ਬੈਕ ਟੂ ਵਰਕ ਲੈਜਿਸਲੇਸ਼ਨ ਦੀ ਵੀ ਗੱਲਬਾਤ ਚੱਲ ਰਹੀ ਹੈ ਕਿ ਸਰਕਾਰ ਕੁਛ ਇੱਦਾਂ ਦਾ ਕਰੇ ਕਿ ਬੈਕ ਟੂ ਵਰਕ ਲੈਜਿਸਲੇਸ਼ਨ ਲੈ ਆਵੇ ਜਿਹਦੇ ਨਾਲ ਇਹਨਾਂ ਨੂੰ ਕੰਮ ਤੇ ਦੁਬਾਰਾ ਸੱਦਿਆ ਜਾ ਸਕੇ, ਜਿੱਦਾਂ ਕੁਝ ਸਾਲ ਪਹਿਲਾਂ ਕੈਨੇਡਾ ਪੋਸਟ ਦੇ ਨਾਲ ਕੀਤਾ ਗਿਆ ਸੀ। ਇੱਥੇ ਜਿਹੜੇ NDP ਦੇ ਆਗੂ ਜਗਮੀਤ ਸਿੰਘ ਆ, ਉਹ ਇਹਨਾਂ ਵਰਕਰਸ ਦੇ ਹੱਕ ਵਿੱਚ ਗੱਲ ਕਰ ਰਹੇ ਆ ਕਿ ਘੱਟੋ ਘੱਟ ਇੰਪਲਾਇਰ ਨੂੰ ਕੋਈ ਹੱਲ ਕਰਨਾ ਚਾਹੀਦਾ, ਤੇ ਸਰਕਾਰ ਨੂੰ ਬਜਾਏ ਇਹਦੇ ਕਿ ਉਹ ਵਰਕਰਾਂ ਦੇ ਉੱਤੇ ਪ੍ਰੈਸ਼ਰ ਪਾਵੇ ਕਿ ਤੁਸੀਂ ਕੰਮ ਦੇ ਉੱਤੇ ਵਾਪਸ ਜਾਓ, ਜਾਂ ਇੱਦਾਂ ਦਾ ਕਾਨੂੰਨ ਬਣਾਵੇ ਕਿ ਤੁਸੀਂ ਹੜਤਾਲ ਕਰ ਹੀ ਨਹੀਂ ਸਕਦੇ, ਉਹਨੂੰ ਇੰਪਲਾਇਰ ਦੇ ਨਾਲ ਗੱਲ ਕਰਨੀ ਚਾਹੀਦੀ, ਉਹਦੇ ਤੇ ਪ੍ਰੈਸ਼ਰ ਪਾਉਣਾ ਚਾਹੀਦਾ ਕਿ ਉਹ ਠੀਕ ਤਰ੍ਹਾਂ ਉਹਨਾਂ ਦੇ ਨਾਲ ਨੈਗੋਸ਼ੀਏਟ ਕਰੇ ਤੇ ਗੱਲਬਾਤ ਕਿਸੇ ਨਾ ਕਿਸੇ ਤਰ੍ਹਾਂ ਇਹ ਸਿਰੇ ਚੜ੍ਹ ਜਾਵੇ। ਯੂਨੀਅਨ ਨੇ ਪਹਿਲਾਂ ਕੰਪਨੀ ਨੇ ਇੱਕ ਜਿਹੜਾ ਰਿਲੀਜ਼ ਦਿੱਤਾ ਸੀ, ਜਿਹਦੇ ਵਿੱਚ ਦੱਸਿਆ ਸੀ ਕਿ ਜਿਹੜਾ ਇਹ ਲੌਕਆਊਟ ਦਾ ਮਾਮਲਾ ਇਹਨੂੰ ਕਿੱਦਾਂ ਹੈਂਡਲ ਕੀਤਾ ਜਾਣਾ। ਯੂਨੀਅਨ ਨੇ ਵੀ ਜਿਹੜੀ ਕੈਲਗਰੀ ਬੇਸਡ ਰੇਲਵੇ ਕੰਪਨੀ ਆ, ਫਿਰ ਯੂਨੀਅਨ ਨੇ ਵੀ ਉਹਨਾਂ ਨੂੰ ਨੋਟਿਸ ਦੇ ਦਿੱਤਾ ਸੀ, ਤੇ ਜਿਹਦੇ ਤੋਂ ਬਾਅਦ ਹੁਣ ਅਲਟੀਮੇਟਲੀ ਇਹ ਕੰਮਕਾਰ ਬੰਦ ਪਿਆ ਆ, ਕੰਮਕਾਰ ਇਹ ਨਹੀਂ ਚੱਲ ਰਿਹਾ। ਦੋਵੇਂ ਦੇ ਵਿੱਚ 26 ਆਊਟਸਟੈਂਡਿੰਗ 26 ਆਊਟਸਟੈਂਡਿੰਗ ਇਸ਼ੂਜ਼ ਆ, ਜਿਨ੍ਹਾਂ ਦੇ ਵਿੱਚ ਵੇਜਸ ਆ, ਬੈਨੀਫਿਟਸ ਆ, ਪੈਨਸ਼ਨ ਆ। ਜਿਹੜੇ ਫੈਡਰਲ ਲੇਬਰ ਮਿਨਿਸਟਰ ਨੇ ਓਰੀਗਨ, ਉਹ ਆਪਣੀ ਇਹ ਸਟੇਟਮੈਂਟ ਦੇ ਵਿੱਚ ਕਹਿ ਰਹੇ ਆ ਕਿ ਦੋਵਾਂ ਪਾਰਟੀਜ਼ ਦੇ ਨਾਲ ਅਸੀਂ ਸਟਿਲ ਬਾਰਗੇਨਿੰਗ ਕਰ ਰਹੇ ਹਾਂ, ਇੰਪਲਾਇਰ ਦੇ ਨਾਲ ਵੀ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਨਾਲ ਵੀ, ਮੀਡੀਏਟਰ ਦੇ ਨਾਲ, ਤੇ ਸਾਨੂੰ ਇਸ ਗੱਲ ਦੀ ਆਸ ਆ ਕਿ ਇਹ ਕਿਸੇ ਐਗਰੀਮੈਂਟ ਦੇ ਉੱਤੇ ਪਹੁੰਚ ਸਕਦੇ ਆ। CP ਰੇਲ ਨੇ ਪਹਿਲਾਂ ਇੰਡੀਕੇਟ ਕਰ ਦਿੱਤਾ ਸੀ ਬੁੱਧਵਾਰ ਰਾਤ ਨੂੰ ਕਿ ਇਹਨਾਂ ਨੇ 72 ਘੰਟੇ ਦਾ ਜਿਹੜਾ ਨੋਟਿਸ ਆ ਉਹ ਇਹਨਾਂ ਨੂੰ ਰੇਲ ਕਾਨਫਰੰਸ ਦੇ ਵਿੱਚ ਦੇ ਦਿੱਤਾ ਸੀ, ਤੇ ਉਹਦੇ ਤੋਂ ਬਾਅਦ ਐਤਵਾਰ ਨੂੰ ਯੂਨੀਅਨ ਨੇ ਵੀ ਕਿਹਾ ਸੀ ਕਿ ਜਿਹੜੀ ਕੰਪਨੀ ਆ ਉਹ ਸਾਡੇ ਨਾਲ ਨੈਗੋਸ਼ੀਏਟ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੈ, ਜਾਂ ਉਸ ਤਰੀਕੇ ਦੇ ਨਾਲ ਨੈਗੋਸ਼ੀਏਟ ਕਰ ਨਹੀਂ ਰਹੀ। ਤੇ ਹੁਣ ਇਸ ਵਰਕ ਸਟਾਪੇਜ ਦੀ ਧਮਕੀ ਦੇ ਨਾਲ ਜਦੋਂ ਕਿ ਹੁਣ ਇਹ ਰੁਕ ਚੁੱਕਿਆ ਆ, ਜਿਹੜੀ ਸਪਲਾਈ ਲਾਈਨ ਆ ਉਹਦੇ ਉੱਤੇ ਸਿੱਧਾ ਅਸਰ ਪੈ ਸਕਦਾ ਆ, ਤੇ ਪੈ ਰਿਹਾ ਆ ਉਸ ਸਪਲਾਈ ਲਾਈਨ ਦੇ ਉੱਤੇ ਜਿਹੜੀ ਪਹਿਲਾਂ ਪੈਂਡੈਮਿਕ ਦੇ ਨਾਲ ਰੁਕ ਚੁੱਕੀ ਆ। ਦੂਜੇ ਨੰਬਰ ਦੇ ਉੱਤੇ ਉਹ ਸਪਲਾਈ ਲਾਈਨ ਦੇ ਉੱਤੇ ਯੂਕਰੇਨ ਰਸ਼ੀਆ ਯੁੱਧ ਦਾ ਬਹੁਤ ਵੱਡਾ ਅਸਰ ਪੈ ਚੁੱਕਾ। ਮੋਟੇ ਤੌਰ ਦੇ ਉੱਤੇ 45 ਕੈਨੇਡੀਅਨ ਇੰਡਸਟਰੀ ਗਰੁੱਪਸ ਕਹਿ ਰਹੇ ਸੀ ਵੀਰਵਾਰ ਨੂੰ ਕਿ ਜੇ ਮਾੜੀ ਮੋਟੀ ਵੀ ਡਿਸਟਰਪਸ਼ਨ ਹੋ ਗਈ ਤਾਂ ਇਹਦੇ ਨਾਲ ਬਹੁਤ ਵੱਡਾ ਇਕੋਨਮੀ ਦਾ ਨੁਕਸਾਨ ਹੋਊਗਾ, ਇਹਦੇ ਨਾਲ ਮਹਿੰਗਾਈ ਵਧੂਗੀ, ਇਹਦੇ ਨਾਲ ਚੀਜ਼ਾਂ ਦੀ ਕਮੀ ਆਊਗੀ, ਤੇ ਜਿਹੜਾ ਕਿ ਪਹਿਲਾਂ ਹੀ ਬਹੁਤ ਹੋ ਚੁੱਕਿਆ ਆ। ਹੁਣ ਜਿਹੜੇ ਮਿਨਿਸਟਰ ਓਰੀਗਨ ਨੇ, ਉਹਨਾਂ ਨੇ ਬੁੱਧਵਾਰ ਰਾਤ ਨੂੰ ਕਿਹਾ ਸੀ ਕਿ ਅਸੀਂ ਬਹੁਤ ਨੇੜਿਓਂ ਇਸ ਸਿਚੁਏਸ਼ਨ ਨੂੰ ਮੋਨੀਟਰ ਕਰ ਰਹੇ ਹਾਂ, ਅਸੀਂ ਨੇੜਿਓਂ ਸਾਰਾ ਕੁਝ ਨੂੰ ਦੇਖ ਰਹੇ ਹਾਂ, ਦੋਵਾਂ ਪਾਰਟੀਜ਼ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਕਿਸੇ ਥਾਂ ਦੇ ਉੱਤੇ ਪਹੁੰਚਿਆ ਜਾ ਸਕਦਾ। ਤੇ ਇਹ ਵੀ ਗੱਲਬਾਤ ਚੱਲੀ ਸੀ ਕਿ ਜਿੱਦਾਂ 2018 ਦੇ ਵਿੱਚ ਕੈਨੇਡਾ ਪੋਸਟ ਦੇ ਵਰਕਰਸ ਨੂੰ ਵਾਪਸ ਕੰਮ ਦੇ ਉੱਤੇ ਕਾਨੂੰਨਨ ਬੁਲਾ ਲਿਆ ਗਿਆ ਸੀ, ਇਸ ਤਰ੍ਹਾਂ ਵੀ ਕੀਤਾ ਜਾ ਸਕਦਾ। ਇੱਥੇ ਜਿਹੜੀ ਐਗਰੀਕਲਚਰ ਇੰਡਸਟਰੀ ਆ, ਖੇਤੀਬਾੜੀ ਦਾ ਧੰਦਾ, ਉਹਦੇ ਉੱਤੇ ਸਭ ਤੋਂ ਵੱਧ ਅਸਰ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਬਹੁਤ ਸਾਰੇ ਫਾਰਮ ਗਰੁੱਪਸ ਨੇ ਜਿਹੜੇ ਇਹ ਕਹਿ ਰਹੇ ਆ ਕਿ ਜੇ ਰੇਲ ਲਾਈਨ ਲੁੱਕ ਗਈਆਂ ਤਾਂ ਸਾਡੇ ਕੋਲ ਜਿਹੜਾ ਖਾਦ ਆਉਣਾ ਆ, ਫਰਟੀਲਾਈਜ਼ਰਸ ਆਉਣੇ ਆ, ਉਹ ਨਹੀਂ ਪਹੁੰਚਣੇ। ਤੇ ਇਹ ਆ ਬੜਾ ਕਰੂਸ਼ੀਅਲ ਟਾਈਮ ਆ, ਬੜਾ ਨਾਜ਼ੁਕ ਸਮਾਂ ਆ, ਜਿਸ ਵੇਲੇ ਇਸ ਫਰਟੀਲਾਈਜ਼ਰ ਦੀ ਸਪਲਾਈ ਚਾਹੀਦੀ ਆ, ਔਰ ਉਹਦੇ ਨਾਲ ਹੀ ਜਿਹੜਾ ਪਸ਼ੂਆਂ ਦੀ ਫੀਡ ਆ, ਉਹ ਸਾਰਾ ਕੁਛ ਆ, ਜਿੱਥੇ ਬਹੁਤ ਸਾਰਾ ਸੋਕਾ ਸੀ ਉਹਨਾਂ ਥਾਂ ਦੇ ਉੱਤੇ ਇਹ ਪਹੁੰਚਣਾ ਬਹੁਤ ਜ਼ਰੂਰੀ ਆ। ਇੱਥੇ ਇਹ ਵੀ ਆ, ਇਹ ਜਿਹੜੇ ਕੈਨੇਡੀਅਨ ਬਿਜ਼ਨੈਸਿਸ ਤੇ ਦੂਜੀਆਂ ਇੰਡਸਟਰੀ ਐਕਸਪਰਟਸ ਨੇ, ਉਹ ਆਟਵਾ ਨੂੰ ਇੱਕ ਇੰਟਰਵੀਨ ਕਰਨ ਦੇ ਲਈ ਬੇਨਤੀ ਵੀ ਕਰ ਰਹੇ ਆ ਕਿ ਸਰਕਾਰ ਆਪ ਇਹਦੇ ਵਿੱਚ ਆਵੇ ਤੇ ਕੈਨੇਡੀਅਨ ਪੈਸੀਫਿਕ ਰੇਲਵੇ ਜਿਹੜੀ ਹੈਗੀ ਆ ਉਹ ਇਸ ਸਾਰੀ ਸਪਲਾਈ ਚੇਨ ਦੇ ਵਿੱਚ ਇਹਦੇ ਨਾਲ ਗੜਬੜ ਹੋ ਸਕਦੀ ਆ। ਜਿਹੜੇ ਫਰਟੀਲਾਈਜ਼ਰ ਨੇ ਖਾਸ ਕਰ ਦੇ ਉੱਤੇ, ਇਹ ਹੋਲਸੇਲ ਰਿਟੇਲ ਜਿੰਨੀ ਡਿਸਟਰੀਬਿਊਸ਼ਨ ਆ, ਇਹ ਬਹੁਤ ਹੀ ਰੇਲਵੇ ਦੇ ਥਰੂ ਹੁੰਦੀ ਹੈ। 2021 ਦੇ ਵਿੱਚ ਫਸਲ ਘੱਟ ਹੋਈ ਆ ਕੈਨੇਡਾ ਦੇ ਵਿੱਚ ਕਿਉਂਕਿ ਮੌਸਮ ਠੀਕ ਨਹੀਂ ਸੀ, ਤੇ ਜੇ ਇਹ ਐਤਕੀ ਵੀ ਇਹਦੇ ਉੱਤੇ ਅਸਰ ਪੈ ਜਾਂਦਾ ਕਿਉਂਕਿ ਖਾਦ ਟਾਈਮ ਤੇ ਨਹੀਂ ਪਹੁੰਚਣੀ, ਤਾਂ ਸਥਿਤੀ ਪਹਿਲਾਂ ਤੋਂ ਜ਼ਿਆਦਾ ਮਾੜੀ ਹੋ ਸਕਦੀ ਆ। 75% ਜਿਹੜਾ ਫਰਟੀਲਾਈਜ਼ਰ ਆ ਕੈਨੇਡਾ ਦੇ ਵਿੱਚ ਇੱਧਰੋਂ ਉੱਧਰ ਉਹ ਰੇਲ ਦੇ ਰਾਹੀਂ ਹੁੰਦਾ, ਤੇ ਜੇ ਇਸ ਸਮੇਂ ਦੇ ਵਿੱਚ ਰੇਲ ਰੁਕ ਜਾਂਦੀ ਆ ਤਾਂ ਸਮੱਸਿਆ ਜ਼ਿਆਦਾ ਵੱਡੀ ਹੋ ਸਕਦੀ ਆ। ਇਸ ਵੇਲੇ ਕੈਨੇਡਾ ਦੇ ਵਿੱਚ ਪੂਰਾ ਖਤਰਾ ਬਣਿਆ ਆ ਕਿ ਇਸ ਰੇਲ ਦੀ ਹੜਤਾਲ ਦੇ ਨਾਲ ਚੀਜ਼ਾਂ ਦੀ ਸਪਲਾਈ ਦੇ ਵਿੱਚ ਕਮੀ ਆ ਸਕਦੀ ਆ, ਇਹਦੀਆਂ ਕੀਮਤਾਂ ਪਹਿਲਾਂ ਨਾਲੋਂ ਹੋਰ ਜ਼ਿਆਦਾ ਵੱਧ ਸਕਦੀਆਂ। ਸਮਰ ਦਾ ਮੌਸਮ ਜਿਸ ਤਰੀਕੇ ਦੇ ਨਾਲ ਅੱਗੇ ਆ ਰਿਹਾ, ਇਹਦੇ ਵਿੱਚ ਬਹੁਤ ਸਾਰੇ ਲੋਕ ਕੈਂਪਿੰਗ ਦੇ ਲਈ ਜਾਂਦੇ ਆ, ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਉਹ ਕੈਂਪਿੰਗ ਸਾਈਟਸ ਜਿਹੜੀਆਂ ਬੁੱਕ ਕੀਤੀਆਂ ਜਾਂਦੀਆਂ ਕਿ ਤੁਸੀਂ ਕਿੱਥੇ ਜਾ ਕੇ ਕੈਂਪਿੰਗ ਕਰਨੀ ਆ, ਕਿੱਥੇ ਆਪਣਾ ਟੈਂਟ ਲਾਉਣਾ, ਕਿੱਥੇ ਆਪਣੀ ਵੈਨ ਖੜੀ ਕਰਨੀ ਆ,
ਉਹ ਇਹਨਾਂ ਪਾਰਕ BC ਦੀਆਂ ਜਿਹੜੀਆਂ ਪਾਰਕਸ ਨੇ ਉਹਨਾਂ ਦੇ ਵਿੱਚ ਉਹ ਥਾਵਾਂ ਫਿਕਸ ਹੁੰਦੀਆਂ ਤੇ ਉਹਨਾਂ ਨੂੰ ਪਹਿਲਾਂ ਬੁੱਕ ਕੀਤਾ ਜਾਂਦਾ ਤੇ ਉਹ ਬੁੱਕ ਕਰਕੇ ਫਿਰ ਉਨੀ ਤਰੀਕ ਨੂੰ ਉੱਥੇ ਜਾ ਕੇ ਲੋਕ ਆਪਣੀ ਕੈਂਪਿੰਗ ਕਰਦੇ ਆ। ਇਹ ਬੁਕਿੰਗ ਦੇ ਸਿਸਟਮ ਬਾਰੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਰੌਲਾ ਰੱਪਾ ਪੈਂਦਾ ਰਿਹਾ ਕਿ ਇਹਨਾਂ ਦੀ ਵੈਬਸਾਈਟ ਠੀਕ ਨਹੀਂ ਹੈ। ਅੱਜ ਉਹ ਵੈਬਸਾਈਟ ਓਪਨ ਕੀਤੀ ਗਈ ਆ ਅੱਜ ਸੋਮਵਾਰ ਸਵੇਰੇ ਕਿ ਤੁਸੀਂ ਹੁਣ ਬੁੱਕ ਕਰ ਸਕਦੇ ਆ BC ਪਾਰਕਸ ਦੇ ਵਿੱਚ ਆਪਣੀਆਂ ਕੈਂਪਿੰਗ ਸਾਈਟਸ ਨੂੰ। ਔਰ ਦੱਸਦੇ ਆ ਕਿ ਇੱਕਦਮ ਕੁਛ ਮਿੰਟਾਂ ਦੇ ਵਿੱਚ ਹੀ ਹਜ਼ਾਰਾਂ ਹੀ ਲੋਕ ਉਸ ਵੈਬਸਾਈਟ ਦੇ ਉੱਤੇ ਆ ਗਏ ਤੇ ਬਹੁਤ ਸਾਰੇ ਜਿਹੜੇ ਆ ਉਹ ਵੇਟਿੰਗ ਲਿਸਟ ਦੇ ਵਿੱਚ ਪੈ ਗਏ। ਜਾਂ ਤਾਂ ਉਹ ਸਿਸਟਮ ਠੀਕ ਨਹੀਂ ਹੈ, ਉਹਦੇ ਵਿੱਚ ਕੋਈ ਗੜਬੜੀ ਆ ਕਿ ਤੁਸੀਂ ਬੁੱਕ ਕਰਨ ਦੇ ਲਈ ਜਾਂਦੇ ਆ ਤੇ ਉਹਦੇ ਤੋਂ ਬਾਅਦ ਉਹ ਤੁਹਾਨੂੰ ਇੱਕ ਇਹੋ ਜਿਹੀ ਵੇਟਿੰਗ ਲਾਈਨ ਦੇ ਵਿੱਚ ਪਾ ਦਿੰਦਾ ਕਿ ਜਿਹਦਾ ਇੰਨਾ ਸੌਖਾ ਨਹੀਂ ਰਹਿ ਜਾਂਦਾ। ਕੁਛ ਲੋਕ ਜਿਹੜੇ ਉਹ ਅੱਜ ਬੁਕਿੰਗ ਕਰ ਰਹੇ ਸੀ ਉਹ ਦੱਸਦੇ ਆ ਕਿ ਉਹਨਾਂ ਨੇ 7 ਵਜੇ ਸਵੇਰੇ ਜਦੋਂ ਵੈਬਸਾਈਟ ਦੇ ਉੱਤੇ ਜਾਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਦੇਖਿਆ ਤੇ ਉਹ ਜਿਹੜਾ ਇੱਕ ਤਰੀਕੇ ਦੇ ਨਾਲ ਉਹਦੇ ਵਿੱਚ ਕਿਊ ਦੇ ਵਿੱਚ ਦੇਖੇ ਕਿ ਕਿੰਨੇ ਲੋਕ ਲਾਈਨ ਦੇ ਵਿੱਚ ਕਿੱਥੇ ਕਾ ਤੇ ਰੈਂਡਮਲੀ ਉਹਨਾਂ ਨੇ ਆਪਣੇ ਦੋਸਤਾਂ ਨੂੰ ਚੈੱਕ ਕਰਨਾ ਸ਼ੁਰੂ ਕੀਤਾ ਤਾਂ ਦੱਸਦੇ ਵੀ ਇੱਕ ਜਣਾ ਉਹ 5000ਵੇਂ ਨੰਬਰ ਤੇ ਵੇਟਿੰਗ ਲਿਸਟ ਦੇ ਵਿੱਚ ਆ ਉਸ ਵੈਬਸਾਈਟ ਦੇ ਉੱਤੇ। 5000 ਤੋਂ ਬਾਅਦ ਉਹ ਕਹਿੰਦੇ ਇੱਕ ਸਾਡਾ ਹੋਰ ਦੋਸਤ ਆ ਜਿਹੜਾ 9900 ਵੇਟਿੰਗ ਲਿਸਟ ਤੇ ਆ ਤੇ ਇੱਕ ਹੋਰ 11000। ਮਤਲਬ ਅੱਜ ਸਵੇਰੇ ਇਹ ਬੁਕਿੰਗ ਦੇ ਲਈ 11000ਵੇਂ ਨੰਬਰ ਤੱਕ ਲੋਕ ਆਪਣੀ ਵਾਰੀ ਦੀ ਉਡੀਕ ਕਰ ਰਹੇ ਆ। ਜਿਹੜੀ ਪਤਾ ਨਹੀਂ ਉਹ ਆਉਣੀ ਆ, ਉਹ ਵੈਬਸਾਈਟ ਥਰੂ ਹੋਣੀ ਆ ਤੇ ਉਹ ਬੁਕਿੰਗ ਹੋ ਸਕਣੀ ਆ ਜਾਂ ਨਹੀਂ। ਮਤਲਬ ਇੱਕ ਕੈਂਪ ਸਾਈਟ ਬੁੱਕ ਕਰਨ ਦੇ ਲਈ ਉੱਥੇ ਏਡੀ ਵੱਡੀ ਦਿੱਕਤ ਆ ਰਹੀ ਆ ਤੇ ਇਹ ਪਿਛਲੀ ਵਾਰੀ ਵੀ ਐਸੇ ਤਰ੍ਹਾਂ ਆਉਂਦੀ ਸੀ। ਬਹੁਤ ਸਾਰੇ ਲੋਕ ਜਿਹੜੇ ਸਰੀ ਦੇ ਬਿਲਕੁਲ ਨੇੜੇ ਗੋਲਡਨ ਈਅਰ ਪ੍ਰੋਵਿੰਸ਼ੀਅਲ ਪਾਰਕ ਆ ਉੱਥੇ ਕੁਛ ਥਾਵਾਂ ਨੂੰ ਬੁੱਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਉਹਦੇ ਵਿੱਚ ਸਫਲ ਨਹੀਂ ਹੋ ਰਿਹਾ। ਜਿਹੜੀ ਰਿਜ਼ਰਵੇਸ਼ਨ ਆ ਉਹ 2 ਮਹੀਨੇ ਪਹਿਲਾਂ ਐਡਵਾਂਸ ਦੇ ਵਿੱਚ ਕੀਤੀ ਜਾ ਸਕਦੀ ਹੁੰਦੀ ਆ। ਬਹੁਤ ਸਾਰੇ ਲੋਕ ਜਿਹੜੇ ਆ ਉਹ ਬਿਜ਼ੀ ਆ ਇਹਨੂੰ ਬੁੱਕ ਕਰਨ ਦੇ ਵਿੱਚ ਅੱਜ, ਪਰ ਪਤਾ ਨਹੀਂ ਲੱਗਿਆ ਅਜੇ ਤੱਕ ਵੀ ਜਿਹੜਾ 11000 ਦੇ ਵਿੱਚ ਤੇ ਨੰਬਰ ਦੇ ਉੱਤੇ ਬੈਠਾ ਉਡੀਕ ਕਰ ਰਿਹਾ ਉਹਦੀ ਬੁਕਿੰਗ ਹੋ ਗਈ ਆ ਕਿ ਨਹੀਂ ਹੋ ਗਈ ਆ। ਪਿਛਲੇ ਤੋਂ ਪਿਛਲੇ ਸਾਲ 2020 ਦੇ ਵਿੱਚ ਇਹ ਸ਼ਿਕਾਇਤ ਕੀਤੀ ਸੀ ਲੋਕਾਂ ਨੇ ਕਿ ਇਹ ਬੁੱਕ ਨਹੀਂ ਹੋ ਰਹੀ। ਬਹੁਤ ਸਾਰੀ ਜਿਹੜੀ ਕ੍ਰੈਸ਼ ਹੋ ਜਾਂਦੀ, ਪਹਿਲੇ ਦਿਨ ਦੇ ਉੱਤੇ ਕ੍ਰੈਸ਼ ਹੋ ਗਈ ਸੀ ਇਹ ਤੇ ਹੁਣ ਉਹਦੇ ਤੋਂ ਬਾਅਦ ਇਹਨੂੰ ਉਸ ਚੀਜ਼ ਤੋਂ ਤਾਂ ਬਚਾ ਲਿਆ ਗਿਆ ਪਰ ਬਹੁਤ ਸਾਰੇ ਫੇਰ ਵੀ ਸਾਰਾ ਸਾਲ ਇਹਦੇ ਵਿੱਚ ਗਲਿਚ ਰਹੇ ਸੀਗੇ। ਸੋ ਬੁਕਿੰਗ ਸਿਸਟਮ ਜਿਹੜਾ ਉਹਨੂੰ ਇੱਕ ਤਰੀਕੇ ਨਾਲ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬਹੁਤ ਸਾਰੀਆਂ ਚੇਂਜਸ ਉਹਦੀ ਰਿਜ਼ਰਵੇਸ਼ਨ ਪਾਲਿਸੀ ਦੇ ਵਿੱਚ ਕੀਤੀਆਂ ਗਈਆਂ ਪਰ ਇਹ ਓਨੀ ਸਫਲਤਾਪੂਰਵਕ ਨਹੀਂ ਚੱਲੀ ਜਿੰਨੀ ਚੱਲਣੀ ਚਾਹੀਦੀ ਸੀ। ਅੱਜ ਸਵੇਰੇ ਜਦੋਂ ਇਹ ਬੁਕਿੰਗ ਸ਼ੁਰੂ ਹੋਣੀ ਸੀ ਤਾਂ ਉਹਦੇ ਉੱਤੇ ਇੱਕ ਬਹੁਤ ਵੱਡੀ ਸਮੱਸਿਆ ਆ ਰਹੀ ਆ ਲੋਕਾਂ ਨੂੰ। ਇਹਦਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਕਿ ਪਾਪੂਲੇਸ਼ਨ ਗਰੋਥ ਬਹੁਤ ਹੋਈ ਆ। ਮੈਟਰੋ ਵੈਨਕੂਵਰ ਏਰੀਆ ਦੇ ਵਿੱਚ ਜਿਹੜੀਆਂ ਕੈਂਪਿੰਗ ਅਪਰਚੁਨਿਟੀਜ਼ ਆ ਬਹੁਤ ਲਿਮਟਿਡ ਆ, ਇੰਨੀਆਂ ਜ਼ਿਆਦਾ ਨਹੀਂ ਆ ਤੇ ਫਿਰ ਉੱਥੇ ਇੱਕ ਇੰਨੀ ਜ਼ਿਆਦਾ ਪਾਪੂਲੇਸ਼ਨ ਹਰ ਸਾਲ ਇੱਥੇ BC ਦੇ ਵਿੱਚ ਮੂਵ ਹੋ ਰਹੀ ਆ, ਉਹ ਵੀ ਇੱਕ ਕਾਰਨ ਬਣੀ ਆ। ਤੇ ਵੱਖ-ਵੱਖ ਥਾਵਾਂ ਤੋਂ ਵੀ ਲੋਕ ਗਰਮੀਆਂ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਘੁੰਮਣ ਆਉਂਦੇ ਆ ਤੇ ਉਹਨਾਂ ਦਾ ਉਹ ਵੀ ਇੱਕ ਵੱਡਾ ਕਾਰਨ ਬਣਦਾ ਕਿ ਉਹ ਵੀ ਇੱਥੇ ਬੁੱਕ ਕਰਨਾ ਚਾਹੁੰਦੇ ਆ ਪਰ ਸਫਲ ਨਹੀਂ ਹੋ ਰਹੇ। ਪਿਛਲੇ ਤੋਂ ਪਿਛਲੇ ਸਾਲ ਵੀ ਇਸ ਤਰ੍ਹਾਂ ਦੀ ਸਮੱਸਿਆ ਆਈ ਸੀ ਜਦੋਂ ਇਹ ਵੈਬਸਾਈਟ ਕ੍ਰੈਸ਼ ਹੋਈ ਸੀ ਪਰ ਐਤਕੀ ਵੇਟਿੰਗ ਲਿਸਟ ਬਹੁਤ ਜ਼ਿਆਦਾ ਇਸ ਕੈਂਪਿੰਗ ਸਾਈਟ ਨੂੰ ਬੁੱਕ ਕਰਨ ਦੇ ਵਿੱਚ ਨਜ਼ਰ ਆ ਰਹੀ ਆ। ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਪਰੇਸ਼ਾਨੀ ਹੋ ਰਹੀ ਹੈ। ਅਗਲੀ ਖਬਰ ਚੀਨ ਤੋਂ ਆ। ਚੀਨ ਦੇ ਵਿੱਚ ਇੱਕ ਬਹੁਤ ਦਰਦਨਾਕ ਹਾਦਸਾ ਵਾਪਰਿਆ। ਉੱਥੋਂ ਦੇ ਸੋਮਵਾਰ ਦੁਪਹਿਰ ਨੂੰ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਔਰ ਖਬਰ ਆ ਰਹੀ ਆ ਕਿ 132 ਲੋਕਾਂ ਦੇ ਮਰਨ ਦਾ ਖਤਰਾ ਹੈਗਾ। ਅਜੇ ਤੱਕ ਪੂਰੀਆਂ ਖਬਰਾਂ ਨਹੀਂ ਆਈਆਂ, ਹੌਲੀ ਹੌਲੀ ਉਹਦੀ ਡਿਟੇਲਸ ਆ ਰਹੀਆਂ। ਚਾਈਨਾ ਈਸਟਰਨ ਦੀ ਪੈਸੰਜਰ ਏਅਰਲਾਈਨ ਦਾ ਇਹ ਜਹਾਜ਼ ਸੀ, ਗੁਆਂਸ਼ੀ ਦੇ ਵਿੱਚ ਪਹਾੜੀਆਂ ਦੇ ਵਿੱਚ ਕ੍ਰੈਸ਼ ਹੋ ਗਿਆ ਤੇ 123 ਇਹਦੇ ਵਿੱਚ ਯਾਤਰੀ ਸੀਗੇ, 9 ਕਰੂ ਮੈਂਬਰ ਸੀਗੇ ਜਿਹੜੇ ਅਮਲੇ ਫੈਲੇ ਵਾਲੇ। ਪਹਾੜਾਂ ਦੇ ਵਿੱਚ ਜਿੱਥੇ ਇਹ ਕ੍ਰੈਸ਼ ਹੋਇਆ ਉਹਦੇ ਤੋਂ ਬਾਅਦ ਕੁਛ ਤਸਵੀਰਾਂ ਇਹਦੀਆਂ ਸਾਹਮਣੇ ਵੀ ਆਈਆਂ ਆ। ਇਹਨਾਂ ਵਿੱਚ ਇਹ ਦਿਸ ਰਿਹਾ ਕਿ ਇਹ ਜਹਾਜ਼ ਕ੍ਰੈਸ਼ ਹੋਣ ਤੋਂ ਬਾਅਦ ਇੱਥੋਂ ਦੇ ਜੰਗਲਾਂ ਦੇ ਵਿੱਚ ਅੱਗ ਵੀ ਲੱਗ ਗਈ। ਜਦੋਂ ਇਹਨੇ ਲੈਂਡਿੰਗ ਕੀਤੀ ਉਹਦੇ ਤੋਂ 43 ਮਿੰਟ ਪਹਿਲਾਂ ਇਹਦਾ ਸੰਪਰਕ ਟੁੱਟ ਗਿਆ ਸੀ। ਚੀਨ ਦਾ ਸਰਕਾਰੀ ਮੀਡੀਆ ਗਲੋਬਲ ਟਾਈਮਜ਼ ਆ, ਉਹਦੇ ਮੁਤਾਬਕ ਫਲਾਈਟ MU 5735 ਨੇ ਦੁਪਹਿਰ 1:15 ਵਜੇ ਦੇ ਕਰੀਬ ਕੁਨਮਿੰਗ ਚੰਗਸ਼ਾਈ ਏਅਰਪੋਰਟ ਤੋਂ ਉਡਾਨ ਭਰੀ ਸੀ। ਇਹ ਫਲਾਈਟ 3 ਵਜੇ ਗੁਆਂਗਝੋਊ ਦੇ ਵਿੱਚ ਪਹੁੰਚਣੀ ਸੀ ਤੇ ਉੱਥੋਂ ਰਿਪੋਰਟਸ ਆ ਰਹੀਆਂ ਕਿ ਪਲੇਨ 2 ਮਿੰਟ ਦੇ
ਤੋਂ ਵੀ ਘੱਟ ਸਮੇਂ ਦੇ ਵਿੱਚ 30,000 ਫੁੱਟ ਉੱਤੇ ਜਾ ਕੇ ਡਿੱਗ ਪਿਆ। 563 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਇਹ ਪਹਾੜਾਂ ਦੇ ਵਿੱਚ ਵੱਜਿਆ ਤੇ ਅਜੇ ਤੱਕ ਪੁਸ਼ਟੀ ਕੋਈ ਨਹੀਂ ਹੋਈ, ਪਰ ਲੱਗਦਾ ਨਹੀਂ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਬੰਦਾ ਜਿਉਂਦਾ ਬਚਿਆ ਹੋਊਗਾ। ਜਦੋਂ ਇਹ ਉੜਿਆ ਉਹ ਤੋਂ 71 ਮਿੰਟ ਤੋਂ ਬਾਅਦ ਪਲੇਨ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਇਹਦਾ ਪਹਿਲਾਂ ATC ਦੇ ਨਾਲ ਸੰਪਰਕ ਟੁੱਟਦਾ। ਇਹ ਦੱਸਦੇ ਆ ਕਿ ਜਿਹੜਾ ਬੋਇੰਗ 737 ਜਹਾਜ਼ ਸੀ, ਬੋਇੰਗ 6.5 ਸਾਲ ਤੋਂ 에ਅਰਲਾਈਨ ਦੇ ਵਿੱਚ ਆਪਰੇਟ ਹੋ ਰਹੇ ਆ। ਹਾਦਸੇ ਬਾਰੇ ਚਾਈਨਾ 에ਅਰਲਾਈਨ ਜਿਹੜੀ ਈਸਟਰਨ 에ਅਰਲਾਈਨ ਆ ਉਹਨਾਂ ਦਾ ਹਜੇ ਤੱਕ ਕੋਈ ਬਿਆਨ ਨਹੀਂ ਆਇਆ ਤੇ ਇਸ ਮਾਮਲੇ ਦੇ ਵਿੱਚ ਵੈਬਸਾਈਟ ਨੂੰ ਉਹਨਾਂ ਨੇ ਜ਼ਰੂਰ ਹਾਦਸੇ ਦਾ ਜਿਹੜਾ ਸ਼ਿਕਾਰ ਹੋਏ ਲੋਕਾਂ ਦੇ ਸਨਮਾਨ ਦੇ ਲਈ ਉਹਦੇ ਸਾਰੇ ਰੰਗ ਹਟਾ ਕੇ ਉਹਨੂੰ ਬਲੈਕ ਐਂਡ ਵਾਈਟ ਚਾਈਨਾ ਈਸਟਰਨ ਦੀ ਵੈਬਸਾਈਟ ਨੂੰ ਉਹਨਾਂ ਨੇ ਕਰ ਦਿੱਤਾ। ਇਸ ਮਾਡਲ ਦੇ ਜਹਾਜ਼ ਕਹਿੰਦੇ ਪਹਿਲਾਂ ਵੀ ਹਾਦਸਿਆਂ ਦਾ ਸ਼ਿਕਾਰ ਹੁੰਦੇ ਰਹੇ ਆ। ਹਾਲਾਂਕਿ ਇਹ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਬੋਇੰਗ ਦੇ ਵਿੱਚ 2015 ਦੇ ਵਿੱਚ ਸ਼ਾਮਲ ਕੀਤਾ ਗਿਆ ਸੀ। ਚੀਨੀ ਮੀਡੀਆ ਦੇ ਮੁਤਾਬਕ ਇਹ ਜਹਾਜ਼ ਗੁਆਂਸ਼ੀ ਦੇ ਬੂਈ ਸ਼ਹਿਰ ਦੇ ਕੋਲ ਹਾਦਸੇ ਦਾ ਸ਼ਿਕਾਰ ਹੋਇਆ। ਇਹ ਇੱਕ ਪੇਂਡੂ ਇਲਾਕਾ ਆ ਤੇ ਜਿੱਦਾਂ ਹੀ ਉੱਥੇ ਕਹਿੰਦੇ ਜਹਾਜ਼ ਡਿੱਗਦਾ ਉਹਨੂੰ ਅੱਗ ਲੱਗਦੀ ਆ, ਜੰਗਲ ਦੇ ਵਿੱਚ ਅੱਗ ਲੱਗਦੀ ਆ ਤੇ ਬਹੁਤ ਸਾਰੇ ਉਹਨਾਂ ਪਿੰਡਾਂ ਦੇ ਲੋਕ ਉੱਥੇ ਆਲੇ ਦੁਆਲੇ ਇਕੱਠੇ ਹੋ ਜਾਂਦੇ ਆ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਕਿਹਾ ਹਾਦਸੇ ਦੇ ਵੀ ਇਸ ਹਾਦਸੇ ਨਾਲ ਉਹਨਾਂ ਨੂੰ ਬਹੁਤ ਦੁੱਖ ਹੋਇਆ, ਉਹਨਾਂ ਨੂੰ ਬਹੁਤ ਧੱਕਾ ਲੱਗਾ। ਇਹਦੀ ਜਾਂਚ ਦੇ ਆਦੇਸ਼ ਵੀ ਦੇ ਦਿੱਤੇ ਗਏ ਆ। ਚੀਨ ਦੇ ਵਿੱਚ ਜਿਹੜੀ ਇਹ ਦੁਰਘਟਨਾ ਤੇ 에ਅਰਲਾਈਨ ਕੰਪਨੀ ਦੇ ਸਾਰੇ 737 800 ਪਲੇਨਾਂ ਦੀਆਂ ਉਡਾਨਾਂ ਬੰਦ ਕਰ ਦਿੱਤੀਆਂ, ਜਿੰਨੇ ਵੀ ਜਹਾਜ਼ ਇਸ ਕੰਪਨੀ ਦੇ ਹੈਗੇ ਆ। ਤੇ ਜਦੋਂ ਹੀ ਇਹ ਅਨਾਊਂਸ ਕੀਤਾ ਗਿਆ ਤੇ ਬੋਇੰਗ ਦੇ ਸ਼ੇਅਰਾਂ ਦੇ ਵਿੱਚ 8% ਤੱਕ ਦੱਸਦੇ ਆ ਕਿ ਗਿਰਾਵਟ ਆ ਗਈ ਆ। ਔਰ ਬੋਇੰਗ ਦੇ ਜਹਾਜ਼ ਇਕੱਲੇ ਚੀਨ ਦੇ ਵਿੱਚ ਨਹੀਂ, ਦੁਨੀਆ ਭਰ ਦੇ ਵਿੱਚ 4200 ਦੇ ਕਰੀਬ ਇਹਨਾਂ ਦੇ ਜਹਾਜ਼ ਚੱਲਦੇ ਆ ਤੇ ਜਿਨ੍ਹਾਂ ਦੇ ਵਿੱਚੋਂ 1177 ਇਕੱਲੇ ਚੀਨ ਦੇ ਵਿੱਚ ਆ। ਚੀਨ ਦੇ ਵਿੱਚ 1990 ਦੇ ਦਹਾਕੇ ਦੇ ਵਿੱਚ ਕਾਫੀ ਜਿਹੜੇ ਜਹਾਜ਼ ਸੀ ਹਾਦਸਾਗ੍ਰਸਤ ਹੁੰਦੇ ਸੀ। ਕੰਪਨੀਆਂ ਨੇ ਇਸ ਪਾਸੇ ਧਿਆਨ ਦਿੱਤਾ ਜਿਹੜੇ ਉਹ ਤੋਂ ਬਾਅਦ ਫਿਰ ਇਹ ਜਹਾਜ਼ ਵਰਤੋਂ ਦੇ ਵਿੱਚ ਲਿਆਂਦੇ ਗਏ। ਬਹੁਤ ਸਾਰੇ ਇਹ ਬਹੁਤ ਦਰਦਨਾਕ ਹਾਦਸਾ ਆ। 132 ਲੋਕ ਇਹਦੇ ਵਿੱਚ ਸਵਾਰ ਸੀਗੇ ਔਰ ਇਹ ਤੁਹਾਨੂੰ ਪਤਾ ਕਿ ਪਿਛਲੇ ਸਾਲਾਂ ਦੇ ਵਿੱਚ ਪਿਛਲੇ ਸਾਲ ਹੀ 15 ਵੱਡੇ ਹਾਦਸੇ ਹੋਏ ਆ। 2021 ਦੇ ਵਿੱਚ ਜਿਹੜੇ ਜਾਨਲੇਵਾ ਸੀਗੇ 134 ਮੌਤਾਂ ਹੋਈਆਂ ਸੀ। ਸ਼੍ਰੀ ਵਿਜੇ ਏਅਰ ਬੋਇੰਗ 737-500 ਜਿਹੜਾ ਕਿ ਇੰਡੋਨੇਸ਼ੀਆ ਦੇ ਵਿੱਚ ਦੁਰਘਟਨਾਗ੍ਰਸਤ ਹੋਇਆ ਸੀ ਤੇ 9 ਜਨਵਰੀ ਨੂੰ 2021 ਨੂੰ ਇਸ ਹਾਦਸੇ ਦੇ ਉੱਤੇ ਜਿਹੜੇ 61 ਲੋਕ ਸੀਗੇ ਉਹਨਾਂ ਦੀ ਮੌਤ ਹੋ ਗਈ ਸੀ। ਚੀਨ ਦੇ ਵਿੱਚ ਵੀ ਸਭ ਤੋਂ ਵੱਡੀ ਜਹਾਜ਼ ਦੀ ਦੁਰਘਟਨਾ 2010 ਦੇ ਵਿੱਚ ਹੋਈ ਸੀ, ਜਿਹਦੇ ਵਿੱਚ ਹਿਨਾਨ 에ਅਰਲਾਈਨਸ ਦਾ ਐਮਬ੍ਰੇਅਰ E190 ਕ੍ਰੈਸ਼ ਹੋ ਗਿਆ ਸੀ। ਇਹਦੇ ਵਿੱਚ 96 ਯਾਤਰੀ ਜਿਹੜੇ ਉਹ ਸਵਾਰ ਸੀਗੇ, ਜਿਨ੍ਹਾਂ ਦੇ ਵਿੱਚੋਂ 44 ਦੀ ਮੌਤ ਹੋ ਗਈ। ਅੱਜ ਇਸ ਵਾਪਰੇ ਹਾਦਸੇ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਦੁਨੀਆ ਦੇ ਵਿੱਚ ਸੋਗ ਦੀ ਲਹਿਰ ਆ। ਇਹ 132 ਲੋਕਾਂ ਦੇ ਮਰਨ ਦਾ ਖਤਰਾ, ਬਹੁਤ ਵੱਡਾ ਇੱਕ ਹਾਦਸਾ ਜਿਹਦੀ ਜਾਂਚ ਅਜੇ ਚੱਲ ਰਹੀ ਹੈ। ਯੂਕਰੇਨ ਰੂਸ ਯੁੱਧ, ਕੋਵਿਡ-19, ਇਹ ਸਾਰੇ ਕੁਛ ਦਾ ਇੱਕ ਅਸਰ ਗੈਸ ਦੀਆਂ ਕੀਮਤਾਂ ਦੇ ਉੱਤੇ ਪਿਆ। ਬਹੁਤ ਵਾਰੀ ਇਹਦੇ ਉੱਤੇ ਚਰਚਾ ਹੋ ਚੁੱਕੀ ਆ। ਲੋਕਾਂ ਦਾ ਕਾਰਾਂ ਖਰੀਦਣ ਪ੍ਰਤੀ ਰੁਝਾਨ ਬਦਲਣ ਲੱਗ ਪਿਆ। ਕੀਮਤਾਂ ਗੈਸ ਦੀਆਂ ਬਹੁਤ ਜ਼ਿਆਦਾ ਆ ਤਾਂ ਲੋਕ ਇਲੈਕਟ੍ਰਿਕ ਵਹੀਕਲਸ ਵੱਲ ਨੂੰ ਜਾਣਾ ਸ਼ੁਰੂ ਹੋ ਗਏ ਆ ਕਿ ਬਿਜਲੀ ਨਾਲ ਚਾਰਜ ਹੋਣ ਵਾਲੀਆਂ ਕਾਰਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਲੋਕਾਂ ਨੇ। ਲੈਂਦੇ ਪਹਿਲਾਂ ਵੀ ਸੀ, ਹੁਣ ਲੋਕਾਂ ਦੇ ਵਿੱਚ ਟਰੈਂਡ ਬਹੁਤ ਜ਼ਿਆਦਾ ਹੋ ਰਿਹਾ ਤੇ ਹੁਣ ਇਹਨੂੰ ਸੀਰੀਅਸਲੀ ਜਿਹੜੇ ਇਲੈਕਟ੍ਰਿਕ ਕਾਰ ਆ, ਇਲੈਕਟ੍ਰਿਕ ਵਹੀਕਲਸ ਆ, ਉਹਨਾਂ ਨੂੰ ਲੈਣ ਬਾਰੇ ਸੋਚਣ ਲੱਗ ਪਏ ਆ। ਜਿਹੜੇ ਗੈਸ ਪ੍ਰਾਈਸ ਇਹਦੇ ਵਿੱਚ ਇੱਕ ਵੱਡਾ ਕਾਰਨ ਆ ਕਿ ਲੋਕ ਇੱਧਰਲੇ ਪਾਸੇ ਨੂੰ ਸਵਿਚ ਕਰ ਰਹੇ ਆ। ਜੇ ਗੈਸ ਦੀਆਂ ਕੀਮਤਾਂ ਦੇਖਿਆ ਜਾਣ ਤਾਂ ਹਾਲਾਂਕਿ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖਰੀਆਂ ਹੈਗੀਆਂ, ਏਰੀਆ ਦਾ ਬਹੁਤ ਵੱਡਾ ਫਰਕ ਆ, ਪਰ ਜੇ ਤੁਸੀਂ ਐਵਰੇਜ ਦੇਖਦੇ ਆ ਤਾਂ ਕੈਨੇਡਾ ਦੇ ਵਿੱਚ ਇਹ 1.70 ਆ। 1 ਲੀਟਰ 70 ਸੈਂਟ, $1.70 ਪਰ ਲੀਟਰ ਇਹ ਸ਼ੁੱਕਰਵਾਰ ਨੂੰ ਸੀਗੀ ਜਿਹੜੀ ਕੈਨੇਡਾ ਆਟੋਮੋਬਾਈਲ ਐਸੋਸੀਏਸ਼ਨ ਆ ਇਹ ਦੱਸ ਰਹੀ ਹੈ। ਔਰ ਇਹ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਜੇਕਰ ਗੈਸ ਦੀ ਕੀਮਤ ਦੇਖੀ ਜਾਵੇ ਤਾਂ ਉਹਦੇ ਨਾਲੋਂ ਲੀਟਰ ਪਿੱਛੇ 38 ਸੈਂਟ ਜ਼ਿਆਦਾ ਆ। ਕੁਛ ਇਲਾਕਿਆਂ ਦੇ ਵਿੱਚ ਉਹ ਤੋਂ ਵੀ ਜ਼ਿਆਦਾ ਹੈ, ਪਰ ਐਵਰੇਜ 38 ਸੈਂਟ ਜ਼ਿਆਦਾ ਆ। ਸੋ ਜਿਹੜਾ ਪਿਛਲੇ ਹਫ਼ਤਿਆਂ ਦੇ ਵਿੱਚ ਆਪਾਂ ਦੇਖਿਆ ਕਿ ਕੁਛ ਰੀਜਨਸ ਦੇ ਵਿੱਚ ਜਿਵੇਂ ਵੈਨਕੂਵਰ ਸੀਗਾ $2 ਦੇ ਉੱਤੇ ਵੀ ਪਰ ਲੀਟਰ ਇਹ ਕੀਮਤ ਪਹੁੰਚ ਗਈ ਸੀ। ਹੁਣ 61% ਕੈਨੇਡੀਅਨ ਇਹ ਗੈਸ ਦੀਆਂ ਕੀਮਤਾਂ ਵਧਣ ਤੇ ਸਪਲਾਈ ਚੈਲੰਜ ਦੇ ਨਾਲ ਕਨਵਿੰਸ ਆ ਕਿ ਸਾਨੂੰ ਹੁਣ ਇਲੈਕਟ੍ਰਿਕ ਵਹੀਕਲ ਖਰੀਦਣਾ ਚਾਹੀਦਾ। ਇੱਕ KPMG ਸਰਵੇ ਕਰਵਾਇਆ ਗਿਆ ਪਿੱਛੇ ਜਿਹੇ, ਉਹਦੇ ਵਿੱਚ 51% ਰਿਸਪੋਂਡੈਂਟ ਇਹ ਕਹਿ ਰਹੇ ਆ ਕਿ ਉਹ ਅੱਜ ਤੋਂ ਬਾਅਦ ਕਦੇ ਵੀ ਗੈਸ ਵਾਲਾ ਵਹੀਕਲ ਨਹੀਂ ਖਰੀਦਣਗੇ। ਹੌਲੀ ਹੌਲੀ ਆਉਣ ਵਾਲੇ ਸਮੇਂ ਦੇ ਵਿੱਚ ਗੈਸ ਵਾਲੇ ਵਹੀਕਲ ਜਿਹੜੇ ਉਹ ਖਤਮ ਹੋ ਵੀ ਜਾਣੇ ਆ, ਆਪਾਂ ਇਹ ਗੱਲ ਸਾਰੇ ਭਲੀ ਭਾਂਤ ਜਾਣਦੇ ਹਾਂ। ਪਰ ਇਹਨਾਂ ਦਿਨਾਂ ਦੇ ਵਿੱਚ ਵਧੀਆਂ ਕੀਮਤਾਂ ਨੇ ਇੱਕਦਮ ਟਰੈਂਡ ਲੋਕਾਂ ਦਾ ਬਦਲ ਕੇ ਰੱਖ ਦਿੱਤਾ ਕਿ ਬਿਜਲੀ ਨਾਲ ਚੱਲਣ ਵਾਲੀਆਂ ਕਾਰਾਂ ਲੈ ਲਓ, ਗੈਸ ਵਾਲੀਆਂ ਦਾ ਜ਼ਮਾਨਾ ਹੁਣ ਚਲਿਆ ਗਿਆ। 6% ਜਿਹੜੇ ਕੈਨੇਡੀਅਨ ਆ
ਉਹਨਾਂ ਨੇ ਪਿਛਲੇ ਮਹੀਨੇ ਦੇ ਵਿੱਚ ਕਹਿੰਦੇ ਜਿਹੜੇ ਇਹ ਇਲੈਕਟ੍ਰਿਕ ਵਹੀਕਲਸ ਆਰਡਰ ਕੀਤੇ ਆ। ਸੋ ਲੋਕਾਂ ਦਾ ਅਗਲਾ ਵਹੀਕਲ ਹੁਣ ਇਲੈਕਟ੍ਰਿਕ ਹੀ ਆ ਜਿਹੜਾ ਵੀ ਕੋਈ ਲੈ ਰਿਹਾ ਆ। ਇਹਦੇ ਫਾਇਦੇ ਬਹੁਤ ਸਾਰੇ ਆ ਇਲੈਕਟ੍ਰਿਕ ਵਹੀਕਲ ਦੇ। ਇੱਕ ਤਾਂ ਜਿਹੜਾ ਕਿ ਇਹਦੇ ਨਾਲ ਘੱਟੋ ਘੱਟ ਤੁਹਾਡੀ ਜੇਬ ਤੇ ਜਿਹੜਾ ਨਹੀਂ ਬੋਝ ਪੈਂਦਾ, ਤੇ ਦੂਜਾ ਜਿਹੜਾ ਫੋਸਲ ਫਿਊਲ ਆ ਉਹਦੇ ਨਾਲ ਜਿਹੜਾ ਪੋਲਿਊਸ਼ਨ ਹੁੰਦਾ ਉਹ ਵੀ ਬਚਦਾ, ਤੇ ਤੀਜਾ ਤੁਹਾਡੀ ਡਿਪੈਂਡੈਂਸੀ ਨਹੀਂ ਰਹਿੰਦੀ ਉਹਦੇ ਉੱਤੇ ਕਿ ਅੱਜ ਤੁਹਾਨੂੰ ਗੈਸ ਦੀ ਕੀਮਤ ਵੱਧ ਆ ਜਾਂ ਘੱਟ ਆ, ਤੁਸੀਂ ਉਹਦੇ ਬਾਰੇ ਕੋਈ ਚਿੰਤਾ ਨਹੀਂ ਰਹਿੰਦੀ। ਇੱਕ ਵਾਰੀ ਚਾਰਜ ਕਰ ਲਓ ਇਹਨੂੰ, 413 ਕਿਲੋਮੀਟਰ ਮੰਨ ਲਓ ਜਿਹੜਾ ਇੱਕ ਕਾਰ ਆ ਉਹ ਚੱਲ ਜਾਂਦੀ ਆ, ਤੇ ਤੁਹਾਨੂੰ ਜੇਕਰ ਉਹਨੂੰ ਚਾਰਜ ਕਰਕੇ ਬਿਜਲੀ ਇਹਦੀ ਦੇਖੀ ਜਾਵੇ ਤਾਂ $5 ਤੋਂ $10 ਦੇ, $5 ਤੋਂ $13 ਦੇ ਵਿੱਚ ਲੱਗਦਾ ਤੁਸੀਂ ਕਿਹੜੇ ਪ੍ਰੋਵਿੰਸ ਦੇ ਵਿੱਚ ਰਹਿੰਦੇ ਆ। ਸੋ $5 ਤੋਂ $13 ਦੇ ਵਿੱਚ ਤੁਸੀਂ 400 ਕਿਲੋਮੀਟਰ ਚੱਲ ਜਾਂਦੇ ਆ, ਤੇ ਇਹ ਵੀ ਇੱਕ ਬਹੁਤ ਵੱਡੀ ਗੱਲ ਆ। ਕੀਮਤ ਇਹਨਾਂ ਦੀ ਜ਼ਰੂਰ ਜ਼ਿਆਦਾ ਆ। ਜੇ ਇਲੈਕਟ੍ਰਿਕ ਵਹੀਕਲ ਦੇਖੀ ਜਾਓ ਤਾਂ 32,000 ਤੋਂ ਸ਼ੁਰੂ ਹੋ ਕੇ 1,60,000 ਤੱਕ ਠੀਕ ਠਾਕ ਜੇ ਵਹੀਕਲ ਇਹਨਾਂ ਦੀ ਰੇਂਜ ਦੱਸੀ ਜਾ ਰਹੀ ਹੈ। ਉਸ ਤੋਂ ਬਾਅਦ ਜੇ ਤੁਸੀਂ ਚਾਰਜ ਕਰਨ ਜਾਣਾ ਇਹਨੂੰ, ਤੇ ਜੇ ਘਰ ਦੇ ਵਿੱਚੋਂ ਚਾਰਜਿੰਗ ਸਟੇਸ਼ਨ ਲਾਉਣਾ ਆ ਤੇ ਉਹ ਵੀ $300 ਤੋਂ ਲੈ ਕੇ $700 ਲੱਗਦਾ। ਫਿਰ ਲੇਬਰ ਤੇ ਹੋਰ ਸਾਰਾ ਕੁਝ ਪਾ ਕੇ ਕਈ ਵਾਰੀ $1,200 ਤੋਂ $2,000 ਤੱਕ ਚਲਿਆ ਜਾਂਦਾ। ਪਰ ਇਹਦੇ ਤੋਂ ਬਾਅਦ ਫਿਰ ਵੀ ਇਹਦਾ ਫਾਇਦਾ ਆ, ਕੀਮਤਾਂ ਇਹਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਘਟ ਜਾਣੀਆਂ। ਮਾਮਲਾ ਮੁੱਖ ਤੌਰ ਦੇ ਉੱਤੇ ਇਹਨਾਂ ਕਾਰਾਂ ਦੇ ਵਿੱਚ ਬੈਟਰੀਆਂ ਨੇ ਵੱਡੀਆਂ, ਉਹਨਾਂ ਬੈਟਰੀਆਂ ਦੀ ਕੀਮਤਾਂ ਜਿਹੜੀਆਂ ਹੁਣ ਘਟਣੀਆਂ ਸ਼ੁਰੂ ਹੋ ਗਈਆਂ, ਕਿਉਂਕਿ ਇਹਦੀ ਪ੍ਰੋਡਕਸ਼ਨ ਵੱਧ ਗਈ ਹੈ, ਮੈਨੂਫੈਕਚਰਿੰਗ ਜ਼ਿਆਦਾ ਹੋਣ ਲੱਗ ਪਈ, ਕਿਉਂਕਿ ਕਾਰਾਂ ਜ਼ਿਆਦਾ ਹੋ ਗਈਆਂ। ਹੁਣ ਇੱਕ ਵਾਰੀ ਉਹ ਬੈਟਰੀਆਂ ਦੀ ਕੀਮਤ ਘਟ ਗਈ ਤੇ ਕੁਦਰਤੀ ਨਾਲ ਕਾਰਾਂ ਦੀ ਕੀਮਤ ਵੀ ਘਟ ਜਾਣੀ ਆ, ਤੇ ਕਾਫੀ ਲੋਕ ਜਿਹੜੇ ਆ ਉਹ ਇਸ ਪਾਸੇ ਕਨਵਿੰਸ ਹੋ ਰਹੇ ਆ। ਤੇ ਇਹਨੂੰ ਦੂਜਾ ਇਹ ਆ ਕਿ ਜਿੰਨੀ ਕੁ ਇਹ ਮਹਿੰਗੀ ਆ ਦੂਜੀਆਂ ਕਾਰਾਂ ਨਾਲੋਂ, ਜੇ ਦੂਜੀ 20,000 ਦੀ ਆਉਂਦੀ ਆ ਤੇ ਇਹ 32,000 ਦੀ ਆਉਂਦੀ ਆ, ਤਾਂ ਇਹ ਵੀ ਕੈਲਕੂਲੇਸ਼ਨ ਲੋਕ ਕਰਦੇ ਆ ਵੀ ਜੇ 12,000 ਦਾ ਗੈਸ ਅਸੀਂ ਕਿੰਨੇ ਚਿਰ ਦੇ ਵਿੱਚ ਪੂਰੀ ਹੋਣੀ ਆ। ਤੇ ਫਿਰ ਉਹਨੂੰ ਕਈ ਵਾਰੀ 1 ਜਾਂ 2 ਸਾਲ ਵੀ ਲੱਗ ਜਾਂਦੇ ਆ ਕਿ ਤੁਹਾਡੀ ਖਰੀਦੀ ਹੋਈ ਕਾਰ ਤੁਹਾਨੂੰ ਉਹਦੇ ਨਾਲੋਂ ਸਸਤੀ ਪਵੇ। ਜਿਹੜੀ ਇਲੈਕਟ੍ਰਿਕ ਕਾਰ ਆ ਉਹ ਗੈਸ ਨਾਲੋਂ, ਸਰਕਾਰ ਇਹਦੇ 'ਤੇ ਰਿਬੇਟ ਵੀ ਦੇ ਰਹੀ ਹੈ $5,000 ਦਾ, ਤਾਂ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਇਸ ਪਾਸੇ ਜਾਣ। ਅੰਟਾਰੀਓ ਦੇ ਵਿੱਚ ਪਹਿਲਾ ਰਿਬੇਟ ਜਿਹੜਾ ਕੈਂਸਲ ਵੀ ਕਰ ਦਿੱਤਾ ਗਿਆ ਸੀ। ਸੋ ਵੱਖ-ਵੱਖ ਪ੍ਰੋਵਿੰਸਿਸ ਦੀਆਂ ਵੱਖ-ਵੱਖ ਪਾਲਿਸੀਆਂ ਹੈਗੀਆਂ ਆ, ਪਰ ਇਹ ਸਰਵੇ ਦੱਸ ਰਿਹਾ ਕਿ ਬਹੁਤ ਸਾਰੇ ਲੋਕ ਆ ਜਿਹੜੇ ਹੁਣ ਉਹ ਇਹ ਇਲੈਕਟ੍ਰਿਕ ਵਹੀਕਲਸ ਦੇ ਵਾਲੇ ਪਾਸੇ ਜਾ ਰਹੇ ਆ, ਤੇ ਜਿਹੜੀਆਂ ਗੈਸ ਨਾਲ ਚੱਲਣ ਵਾਲੀਆਂ ਕਾਰਾਂ ਆ ਉਹ ਲੋਕਾਂ ਦੀ ਪਸੰਦ ਨਹੀਂ ਰਹੀਆਂ ਜਾਂ ਘਟਦੀਆਂ ਜਾ ਰਹੀਆਂ। ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਅੱਜ ਵਰਲਡ ਪੋਇਟਰੀ ਡੇ 'ਤੇ ਡਾਕਟਰ ਸਾਧੂ ਸਿੰਘ ਹੋਣਾ ਦੇ ਨਾਲ। ਕਵਿਤਾ ਕੀ ਆ, ਕਵੀ ਕਵਿਤਾ ਕਿਉਂ ਲਿਖਦਾ ਆ, ਲੋਕ ਕਵਿਤਾ ਕਿਉਂ ਪੜ੍ਹਦੇ ਆ, ਗੀਤ ਅਸੀਂ ਕਿਉਂ ਸੁਣਦੇ ਹਾਂ, ਅਸੀਂ ਉਦਾਸ ਗੀਤ ਕਿਉਂ ਸੁਣਦੇ ਹਾਂ, ਕੀ ਕਾਰਨ ਹੁੰਦਾ, ਇਹਦੇ ਪਿੱਛੇ ਕਿਹੜਾ ਮਨੋਵਿਗਿਆਨ ਕੰਮ ਕਰਦਾ, ਸਾਹਿਤਕਾਰ ਆਲੋਚਕ ਇਹਦੇ ਬਾਰੇ ਕੀ ਸੋਚਦੇ ਆ। ਅੱਜ ਕਵਿਤਾ ਦੇ ਸੰਬੰਧ ਵਿੱਚ ਡਾਕਟਰ ਸਾਧੂ ਸਿੰਘ ਹੋਣਾ ਨਾਲ ਕੁਝ ਗੱਲਾਂ ਆਪਾਂ ਕਰਦੇ ਹਾਂ। ਅੱਜ 21 ਮਾਰਚ ਵਿਸ਼ਵ ਕਵਿਤਾ ਦਿਵਸ ਆ। ਯੂਨਾਈਟਿਡ ਨੇਸ਼ਨ ਵੱਲੋਂ ਅੱਜ ਦਾ ਦਿਨ ਰਾਖਵਾਂ ਰੱਖਿਆ ਗਿਆ ਕਵਿਤਾ ਦੇ ਲਈ, ਕਵਿਤਾ ਦੀ ਗੱਲਬਾਤ ਕਰਨ ਦੇ ਲਈ, ਵੱਖ-ਵੱਖ ਭਾਸ਼ਾਵਾਂ ਨੂੰ ਕਵਿਤਾ ਦੁਆਰਾ ਪ੍ਰਮੋਟ ਕਰਨ ਦੇ ਲਈ, ਉਹਨਾਂ ਦੀ ਡਾਇਵਰਸਿਟੀ ਨੂੰ ਕਾਇਮ ਰੱਖਣ ਦੇ ਲਈ ਕਿ ਦੁਨੀਆ ਦੀਆਂ ਵੱਖ-ਵੱਖ ਭਾਸ਼ਾਵਾਂ ਇਸ ਤਰ੍ਹਾਂ ਰਹਿਣ। ਕਵਿਤਾ ਸੰਬੰਧੀ ਅਸੀਂ ਗੱਲਬਾਤ ਕਰਨ ਦੇ ਲਈ ਡਾਕਟਰ ਸਾਧੂ ਸਿੰਘ ਹੋਣਾ ਦੇ ਕੋਲ ਅੱਜ ਇੱਥੇ ਆਏ ਹਾਂ। ਉਹਨਾਂ ਨਾਲ ਇਹਦੇ ਸੰਬੰਧੀ ਕੁਝ ਮੁੱਢਲੇ ਨੁਕਤੇ ਸਾਂਝੇ ਕਰਦੇ ਹਾਂ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜੀ ਵੀ ਕਵੀ ਕਵਿਤਾ ਕਿਉਂ ਲਿਖਦਾ ਜੀ, ਕੀ ਫਾਇਦਾ? ਫਾਇਦੇ ਲਈ ਨਹੀਂ ਜੀ ਕਵੀ ਕਵਿਤਾ ਲਿਖਦਾ, ਕਿਉਂਕਿ ਫਾਇਦੇ ਦਾ ਤਾਂ ਮਤਲਬ ਹੁੰਦਾ ਵੀ ਮੈਂ ਕੋਈ ਚੀਜ਼ ਇਨਵੈਸਟ ਕੀਤੀ ਆ ਅਤੇ ਮੈਂ ਉਹਦੇ ਵਿੱਚੋਂ ਕੋਈ ਕਮਾਇਆ। ਇਹ ਇੱਦਾਂ ਦੀ ਆਰਥਿਕ ਜਾਂ ਪਦਾਰਥਕ ਕਮਾਈ ਹੋ ਜਾਂਦੀ ਬੇਸ਼ੱਕ ਸਹਿਜ ਸੁਭਾਵਿਕ, ਪਰ ਇਹ ਮੂਲ ਮਕਸਦ ਇਹਦਾ ਇਹ ਨਹੀਂ। ਮੂਲ ਮਕਸਦ ਇਹ ਆ ਵੀ ਮਨ ਵਿੱਚ ਉੱਠਿਆ ਕੋਈ ਵਿਚਾਰ, ਕੋਈ ਫੁਰਨਾ, ਕੋਈ ਸੰਕਲਪ, ਉਹਨੇ ਪ੍ਰਗਟ ਕਰਨਾ ਸੋਝਾਤਮਕ ਭਾਸ਼ਾ ਦੇ ਰਾਹੀਂ। ਇਸ ਕਰਕੇ ਉਹਦੇ ਮਨ ਦੇ ਉੱਤੇ ਇੱਕ ਗੁਬਾਰ ਹੁੰਦਾ, ਇੱਕ ਆਪਣਾ ਭਾਰ ਹੁੰਦਾ, ਕਿਉਂਕਿ ਜਿਸ ਵੇਲੇ ਕੋਈ ਵਿਚਾਰ ਤੁਹਾਡੇ ਅੰਦਰ ਪੂਰੀ ਤਰ੍ਹਾਂ ਪ੍ਰਫੁੱਲਿਤ ਹੋ ਜਾਂਦਾ ਅਤੇ ਐਨ ਤੁਹਾਡੀ ਅਵਸਥਾ ਉੱਦਾਂ ਦੀ ਗਰਭਵਤੀ ਔਰਤ ਵਰਗੀ ਹੋ ਜਾਂਦੀ ਆ। ਜਿੰਨਾ ਚਿਰ ਤੁਸੀਂ ਉਹਨੂੰ ਪ੍ਰਗਟ ਨਹੀਂ ਨਾ ਕਰ ਲੈਂਦੇ, ਤੁਹਾਡੇ ਜ਼ਿਹਨ ਤੋਂ ਉਹ ਜਿਹਨੂੰ ਤੁਸੀਂ ਕ੍ਰੀਏਟਿਵ ਟੈਨਸ਼ਨ ਕਹਿੰਦੇ ਆ, ਸਿਰਜਣਾਤਮਕ ਤਣਾਅ ਆ, ਉਹ ਦੂਰ ਨਹੀਂ ਹੁੰਦਾ। ਸੋ ਇੱਕ ਤਰ੍ਹਾਂ ਦੇ ਨਾਲ ਕਵੀ ਆਪਣੇ ਅੰਦਰ ਪੈਦਾ ਹੋਏ ਸਿਰਜਣਾਤਮਕ ਤਣਾਅ ਤੋਂ ਮੁਕਤ ਹੋਣ ਲਈ ਕਵਿਤਾ ਲਿਖਦਾ, ਅਤੇ ਤੁਲਸੀ ਨੇ ਇਹਨੂੰ ਕਿਹਾ ਵੀ ਆਪਣੇ ਸੁੱਖ ਲਈ ਕਵਿਤਾ ਲਿਖਦਾ, ਆਤਮ ਸੁਖਾਏ। ਅਤੇ ਜਿਹੜੇ ਆਮ ਲੋਕ ਆ ਡਾਕਟਰ ਸਾਹਿਬ, ਉਹਨਾਂ ਦੇ ਵਿੱਚ ਇਹ ਇਸ ਤਰ੍ਹਾਂ ਦਾ ਤਣਾਅ ਜਾਂ ਉਹਨਾਂ ਦੇ ਭਾਵ ਨਹੀਂ ਹੁੰਦੇ? ਜੇ ਉਹ ਕਵਿਤਾ ਨਹੀਂ ਲਿਖਦੇ ਤਾਂ ਉਹ ਕਿੱਦਾਂ ਦੂਰ ਹੁੰਦਾ ਜੀ? ਉਹ ਗਾਲ ਕੱਢ ਲੈਂਦੇ ਆ, ਉਹ ਮੱਘਾ ਕੱਢ ਲੈਂਦੇ ਆ, ਜਾਂ ਕੋਈ ਹੋਰ ਗੱਲ ਕਰ ਲੈਂਦੇ। ਕਰਦਾ ਤਾਂ ਹਰੇਕ ਬੰਦਾ ਇੱਦਾਂ ਹੀ, ਮਤਲਬ ਆਪਣੇ ਮਨ ਦਾ ਅੰਦਰਲਾ ਜਿਹੜਾ ਤਣਾਅ ਆ, ਪਿਆਰ ਮੁਹੱਬਤ ਦਾ ਬੋਲ ਦਿੰਦਾ। ਜਿੱਦਾਂ ਹੁਣ ਫਰਜ਼ ਕਰੋ ਪ੍ਰੋਫੈਸਰ ਪੂਰਨ ਸਿੰਘ ਨੇ ਤਾਂ ਇਸ ਹੱਦ ਕਰ ਕਿਹਾ
ਵੀ ਪਿਆਰ ਵਿੱਚ ਮੋਏ ਬੰਦਿਆਂ ਦੇ ਵਚਨ ਹੀ ਕਵਿਤਾ ਨੇ, ਹੈ ਨਾ। ਮੇਰਾ ਮਤਲਬ ਵੀ ਆਪਣੇ ਮਨ ਦੇ ਵਿੱਚੋਂ ਯਾਨੀ ਕਵੀ ਦੀ ਦੂਜਿਆਂ ਨਾਲੋਂ ਵਿਸ਼ੇਸ਼ਤਾ ਇਹ ਆ ਵੀ ਉਹਦੇ ਵਿੱਚ ਇੱਕ ਵਿਉਂਤ ਆ, ਇੱਕ ਯੁਗਤ ਆ, ਇੱਕ ਸੋਚ ਦੀ ਸਮਰੱਥਾ। ਇਹ ਮਤਲਬ ਹੋ ਸਕਦਾ ਵੀ ਆਮ ਆਦਮੀ ਵਿੱਚ ਹੁੰਦੀ ਤਾਂ ਹੈ, ਪਰ ਉਹਦਾ ਜਿਹੜਾ ਪੱਧਰ ਆ ਨਾ ਉਹ ਸ਼ਾਇਦ ਕਵੀ ਜਿੱਦਾਂ ਨਹੀਂ ਹੁੰਦਾ। ਅਸੀਂ ਡਾਕਟਰ ਸਾਹਿਬ ਗੀਤ ਕਿਉਂ ਸੁਣਦੇ ਆ, ਜਾਂ ਅਸੀਂ ਉਦਾਸ ਗੀਤ ਕਿਉਂ ਸੁਣਦੇ ਆ? ਮੰਨ ਲਓ ਸੈਡ Song ਆ, ਰੇਡੀਓ ਤੇ ਵੱਜ ਰਿਹਾ, ਸੁਣਦੇ ਆ, ਉਦਾਸ ਹੋ ਜਾਂਦੇ ਆ। ਸਾਡੇ ਨਾਲ ਕੁਝ ਵੀ ਉਦਾਂ ਦਾ ਨਹੀਂ ਹੋਇਆ, ਮਹਿਬੂਬ ਨਹੀਂ ਛੱਡ ਕੇ ਗਈ, ਕੁਝ ਵੀ ਨਹੀਂ, ਸਾਨੂੰ ਚੰਗਾ ਲੱਗਦਾ। ਉਦਾਸੀ ਕਿਉਂ ਚੰਗੀ ਲੱਗਦੀ ਗੀਤਾਂ ਦੀ? ਇਦਾਂ ਦੀ ਗੱਲ ਨਹੀਂ ਜੀ। ਪਹਿਲੀ ਤਾਂ ਗੱਲ ਹੈ ਵੀ ਉਦਾਸੀ ਚੰਗੀ ਨਹੀਂ ਲੱਗਦੀ, ਉਦਾਸੀ ਹੁੰਦੀ ਆ। ਕੋਈ ਬੰਦਾ ਉਦਾਸ ਹੋਣਾ ਚਾਹੁੰਦਾ ਨਹੀਂ। ਸਾਡੀ ਕੋਈ ਤਮੰਨਾ, ਕੋਈ ਸਾਡੀ ਇੱਛਾ, ਕੋਈ ਸਾਡਾ ਆਦਰਸ਼ ਜੇ ਪੂਰਾ ਨਾ ਹੋਵੇ ਤੇ ਮਨ ਜਿਹੜਾ ਨਾ ਉਦਾਸ ਹੁੰਦਾ। ਅਪ੍ਰਾਪਤੀ ਚੋਂ ਮਤਲਬ ਉਦਾਸੀ ਨਿਕਲਦੀ ਆ। ਉਹ ਇਸ ਕਰਕੇ ਅਸੀਂ, ਕਿਉਂਕਿ ਜਿਸ ਵੇਲੇ ਦੂਸਰੇ ਦੀ ਉਦਾਸੀ ਨਾਲ ਅਸੀਂ ਸਾਂਝ ਪਾਉਂਦੇ ਆ, ਜਿੱਦਾਂ ਕਹਿੰਦੇ ਨਾ ਵੀ ਜ਼ਹਿਰ ਨੂੰ ਜ਼ਹਿਰ ਕੱਟਦੀ ਆ, ਉਹ ਤੁਹਾਡੇ ਅੰਦਰ, ਜਿਹਨੂੰ ਤੁਸੀਂ ਬ੍ਰੇਚਨ ਕਹਿੰਦੇ ਆ ਨਾਟਕ ਵਾਲੇ ਬੰਦੇ, ਉਹ ਤੁਹਾਡੇ ਅੰਦਰਲਾ ਜਿਹੜਾ ਕਥਾਰਸਿਸ ਹੋ ਜਾਂਦਾ ਤੇ ਇੱਕ ਤਰ੍ਹਾਂ ਨਾਲ ਉਹਦੇ ਵਿੱਚ ਵੀ ਇੱਕ ਸੁੱਖ ਮਿਲਦਾ। ਤੁਹਾਡਾ ਕਹਿਣ ਦਾ ਮਤਲਬ ਵੀ ਜੇ ਸ਼ਿਵ ਕੁਮਾਰ ਲਿਖਦਾ ਸੀ ਤਾਂ ਉਹਨੂੰ ਸ਼ਾਇਰੀ ਦੇ ਵਿੱਚੋਂ, ਦੁੱਖ ਦੇ ਵਿੱਚੋਂ ਵੀ ਸੁੱਖ ਮਿਲਦਾ ਸੀ? ਨੇ ਦੁੱਖ ਨੂੰ ਪ੍ਰਗਟ ਕਰਨ ਵਿੱਚੋਂ ਸੁੱਖ ਮਿਲਿਆ ਸੀ। ਦੁੱਖ ਨੂੰ ਪ੍ਰਗਟ ਕਰਨ ਦੇ ਵਿੱਚੋਂ ਸੁੱਖ ਮਿਲਦਾ। ਦੁੱਖ ਨੂੰ ਉੱਦਾਂ ਤਾਂ ਚਲੋ, ਜੇ ਹੁਣ ਤੁਸੀਂ ਮਤਲਬ ਲਫ਼ਜ਼ਾਂ ਦੇ ਅਰਥਾਂ ਤੇ ਆਉਂਦੇ ਆ ਤੇ ਗੁਰੂ ਸਾਹਿਬ ਨੇ ਤਾਂ ਇਹ ਕਿਹਾ ਵੀ ਦੁੱਖ ਦਾਰੂ ਸੁੱਖ ਰੋਗ ਭਇਆ। ਦੁੱਖ ਦੇ ਵਿੱਚ ਵੀ ਇੱਕ ਗੱਲ ਹੋ ਸਕਦੀ ਹੈ, ਕਿਉਂਕਿ ਦੁੱਖ ਤੁਹਾਡੇ ਮਨ 'ਚ ਕਰੁਣਾ ਪੈਦਾ ਕਰਦਾ। ਦੁੱਖ ਜੇ ਤੁਸੀਂ ਆਪ, ਤੁਹਾਨੂੰ ਦੁੱਖ ਹੈ ਨਾ, ਤਾਂ ਦੂਸਰੇ ਦੇ ਦੁੱਖ ਨਾਲ ਨੂੰ ਸਮਝਣ ਦੀ ਸਮਰੱਥਾ ਪੈਦਾ ਕਰਦਾ, ਤੁਹਾਡੇ ਮਨ ਵਿੱਚ ਇੱਕ ਦਇਆ ਉਪਜਾਉਂਦਾ। ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਨਾ ਦੁੱਖ ਆ ਉਹ ਉਹਦੇ ਵਿੱਚ ਕੋਈ ਨਾ ਕੋਈ ਸੁੱਖ ਵੀ ਹੁੰਦਾ। ਕਵਿਤਾ ਨੂੰ ਕੀ ਸਮਝਿਆ ਜਾਵੇ? ਜਿਹੜੇ ਪੰਜਾਬੀ ਦੇ ਪ੍ਰਵਾਨਿਤ ਕਵੀ ਅਸੀਂ ਹੁਣ ਤੱਕ ਸੁਣਦੇ ਆਏ ਆ, ਉਹੀ ਕਵੀ ਸੀਗੇ? ਕੁਛ ਉੱਚੇ ਪੱਧਰ ਦੇ ਕਵੀ, ਕੁਛ ਹੇਠਲੇ ਪੱਧਰ ਦੇ ਹੁੰਦੇ ਆ ਜਿਹੜੇ ਗੀਤ ਲਿਖਦੇ ਆ, ਜਿਹੜੀ ਆ ਗਾਇਕੀ, ਗੀਤਕਾਰੀ, ਅਸੀਂ ਗਾਇਕੀ ਸੁਣਦੇ ਆ, ਇਹਨੂੰ ਵੀ ਕਵਿਤਾ ਦੇ ਵਿੱਚ ਰੱਖਦੇ ਆ? ਉਦੋਂ ਜੇ ਸੱਚੀ ਪੁੱਛੋ ਨਾ, ਮੈਨੂੰ ਜਿਹੜੀ ਚੱਜ ਦੀ ਚੀਜ਼, ਚੱਜ ਦਾ ਬੋਲ ਆ ਨਾ, ਮੈਂ ਉਹਦੇ ਵਿੱਚ ਮੁਕਾਬਲਾ ਨਹੀਂ ਪਾਉਂਦਾ। ਮੈਂ ਤਾਂ ਕਈ ਵਾਰ ਆਹ ਟੈਲੀਵਿਜ਼ਨ 'ਤੇ ਪ੍ਰੋਗਰਾਮ ਦੇਖਦਾ, ਸਾਰੇ ਬੱਚਿਆਂ ਦੀ ਸਰੀਰਕ ਦੀ, ਨ੍ਰਿਤ ਦੀ ਸਮਰੱਥਾ ਜਿਹੜੀ ਹੈ ਨਾ ਬਹੁਤ ਹੁੰਦੀ ਆ। ਉਹਦੇ ਵਿੱਚ ਵੀ ਤੁਸੀਂ ਅੱਬਲ ਦੋਮ ਸੋਮ ਕੱਢਣ ਲੱਗ ਪੈਂਦੇ ਆ। ਮੇਰਾ ਮਨ ਉਸ ਵੇਲੇ ਦੁਖਦਾ। ਮੈਨੂੰ ਇੱਦਾਂ ਲੱਗਦਾ ਵੀ ਕਵਿਤਾ ਜਿਹੜਾ ਅੰਦਰਲਾ ਤੁਹਾਡਾ ਅਹਿਸਾਸ ਆ, ਜੇ ਉਹਨੂੰ ਸਮਰੱਥ ਤੌਰ ਤੇ ਪ੍ਰਗਟ ਕਰਨ ਦੀ ਨਾ ਪੂਰੀ ਹੋ ਗਈ, ਉਹ ਫਿਰ ਉੱਤਮ ਨੀਚ ਨਹੀਂ, ਉਹ ਵਧੀਆ ਹੀ ਵਧੀਆ। ਬਾਕੀ ਠੀਕ ਹੈ ਵੀ ਪੱਧਰ ਤਾਂ ਹਰੇਕ ਚੀਜ਼ ਦਾ ਚਲੋ ਹੁੰਦਾ ਹੀ ਆ। ਹੁਣ ਜੇ ਮੈਂ ਕਹਾਂ, ਮੈਂ ਤੁਹਾਡੇ ਆਉਣ ਤੋਂ ਪਹਿਲਾਂ ਮੇਰੇ ਮਨ 'ਚ ਇਹ ਸੀ ਵੀ ਆਮ ਤੌਰ ਤੇ, ਕਿਉਂਕਿ ਰਵਾਇਤੀ ਤੌਰ ਤੇ ਬੰਦਾ ਇਹ ਪੁੱਛਦਾ ਜੀ ਵੀ ਕਵਿਤਾ ਹੁੰਦੀ ਕੀ ਆ, ਮੈਨੂੰ ਲੱਗਦਾ ਵੀ ਸ਼ਾਇਦ ਤੁਸੀਂ ਮੈਨੂੰ ਪੁੱਛੋ। ਤੇ ਮੈਂ ਇਹ ਕਹਿਣਾ ਸੀ ਵੀ ਇਹਦੀ ਜਿਹੜੀ ਪਰਿਭਾਸ਼ਾ ਇਸ ਕਰਕੇ ਸੰਭਵ ਆ ਵੀ ਕਵਿਤਾ ਦੇ ਵਿੱਚ ਇੱਕ ਸਤਰੀ ਬੋਲੀ, ਦੋ ਸਤਰੇ ਦੋਹਰੇ ਤੋਂ ਲੈ ਕੇ ਲੰਮੀ ਦਾਰਸ਼ਨਿਕ ਕਵਿਤਾ ਜਪਜੀ ਸਾਹਿਬ ਤੋਂ ਲੈ ਕੇ ਗਾਹਾਂ ਐਪਿਕ, ਜਿਹਨੂੰ ਆਪਾਂ ਮਹਾਂਕਾਵ ਕਹਿੰਦੇ ਆ, ਸਭ ਕੁਝ ਹੁੰਦਾ। ਸੋ ਇਸ ਕਿਸਮ ਦੀ ਕਿਹੜੀ ਪਰਿਭਾਸ਼ਾ ਜਿਹੜੀ ਇਸ ਸਭ ਕਾਹੇ ਨੂੰ ਆਪਣੇ ਕਲੇਵਰ ਵਿੱਚ ਸਮੇਟ ਸਕੇ। ਇੱਦਾਂ ਹੀ ਜਦੋਂ ਤੁਸੀਂ ਹੁਣ ਗੀਤਾਂ ਦੀ ਜਾਂ ਦੂਸਰਿਆਂ ਦੀ ਗੱਲ ਕੀਤੀ ਆ ਨਾ, ਇਹਨਾਂ ਸਭਨਾਂ ਨੂੰ ਇੱਕ ਜ਼ੁਮਰੇ ਵਿੱਚ ਮੈਂ ਨਹੀਂ ਬੰਨਦਾ। ਮੈਂ ਗੀਤ ਨੂੰ ਗੀਤ ਦੇ ਨਾਲ ਤੁਲਨਾ ਦਿੰਦਾ, ਬੋਲੀ ਨੂੰ ਬੋਲੀ ਦੇ ਨਾਲ ਤੁਲਨਾ ਦਿੰਦਾ, ਮਹਾਂਕਾਵ ਦਾ ਮਹਾਂਕਾਵ ਨਾਲ ਤੁਲਕਿਆ। ਜੇ ਮੈਨੂੰ ਤੁਸੀਂ ਪੁੱਛੇ, ਮੈਂ ਇੱਕ ਦੂਜੇ ਨਾਲ ਟਾਕਰਾ ਨਹੀਂ ਕਰਦਾ ਇਹਦਾ। ਜਿੱਦਾਂ ਫੁੱਲ ਆ, ਮਤਲਬ ਲਿੱਲੀ ਵੀ ਠੀਕ ਆ ਤੇ ਗੁਲਾਬ ਵੀ ਠੀਕ ਆ। ਮੈਨੂੰ ਤੁਸੀਂ ਪਾਓ ਦੋਨਾਂ 'ਚੋਂ ਕਿਹੜਾ ਸੁੰਦਰ ਲੱਗਦਾ ਨਾ, ਮੈਨੂੰ ਇਹ ਸਵਾਲ ਤੰਗ ਕਰੂਗਾ। ਆਪਣੇ ਆਪਣੇ ਥਾਂ ਸਾਰੇ ਠੀਕ ਆ। ਚੱਜ ਦਾ ਗੀਤ ਵੀ ਤੁਹਾਨੂੰ ਨਸ਼ਾ ਦਿੰਦਾ। ਕਈ ਵਾਰੀ ਇੱਦਾਂ ਲੱਗਦਾ ਹੁੰਦਾ ਵੀ ਜਿਹੜੇ ਕਵੀ ਆ ਉਹ ਖਾਸ ਹੁੰਦੇ ਆ, ਵੀ ਇੱਕ ਬੜੀ ਔਖੀ ਜੀ ਗੱਲ ਸਮਝਣ ਵਾਲੀ, ਕਿਤਾਬਾਂ 'ਚ ਛਪੀ। ਇੱਕ ਜਿਹੜਾ ਸਧਾਰਨ ਬੰਦਾ, ਜਿਹੜਾ ਪੜ੍ਹਿਆ ਲਿਖਿਆ ਨਹੀਂ, ਜਿਹੜਾ ਸਧਾਰਨ ਕਿਸਮ ਦਾ ਗੀਤ ਸੁਣ ਕੇ ਜਾਂ ਲੋਕ ਗੀਤ ਸੁਣ ਕੇ ਉਹਨੂੰ ਸਵਾਦ ਆ ਰਿਹਾ, ਉਹਦੇ ਜਿਹੜੇ ਸੁਹਜਾਤਮਕ ਪੱਧਰ ਦੇ ਵਿੱਚ ਵੀ ਫਰਕ ਹੁੰਦਾ। ਹਰ ਕਸਬ ਦੇ ਵਿੱਚ ਪੱਧਰ 'ਚ ਫਰਕ ਹੁੰਦਾ। ਮੈਂ ਤੁਹਾਨੂੰ ਕਹਿੰਦਾ ਵੀ ਇੱਟ ਤਾਂ ਮੈਂ ਵੀ ਰੱਖ ਦੇਣਾ, ਚਿਣ ਦੇਣਾ, ਪਰ ਮੈਂ ਰਾਜ ਮਿਸਤਰੀ ਨਹੀਂ ਹੈ। ਮੈਨੂੰ ਵੀ ਮਾੜੀ ਮੋਟੀ ਮਸ਼ੀਨ ਠੀਕ ਕਰਨੀ ਆਉਂਦੀ ਹੈ, ਲੇਕਿਨ ਮੈਂ ਮਕੈਨਿਕ ਨਹੀਂ ਹੈ। ਇੱਦਾਂ ਸ਼ਬਦਾਂ ਦਾ ਜਿਹੜਾ ਪ੍ਰਯੋਗ ਆ, ਮਾੜਾ ਮੋਟਾ ਤਾਂ ਹਰੇਕ ਹੀ ਕਰ ਸਕਦਾ, ਪਰ ਉਹਨਾਂ ਦੀ ਗੁਣ ਪੱਧਰ ਆ ਨਾ ਜਿਹੜੀ, ਉਹਦੇ ਵਿੱਚ ਤਾਂ ਫਰਕ ਕੁਦਰਤੀ ਹੋ ਜਾਂਦਾ। ਤੇ ਜਿਹੜੇ ਆਮ ਤੌਰ ਤੇ ਅਸੀਂ ਕਹਿੰਦੇ ਵੀ ਇਹ ਕਵਿਤਾ ਦੇ ਵਿੱਚ ਅਕਵਿਤਾ ਆ ਗਈ ਆ, ਤਾਂ ਲੋਕ ਕਵਿਤਾ ਨਾਲ, ਇੱਕ ਕਵਿਤਾ 'ਚ ਕਵਿਤਾ ਕੀ ਹੋਈ ਜੀ? ਮੈਂ ਤਾਂ ਇਦਾਂ ਕਹਿੰਦਾ ਵੀ ਜੇ ਫਰਜ਼ ਕਰੋ ਹੁਣ ਜਿੱਦਾਂ ਉਹਦੇ ਵਿੱਚ ਨਾ ਕੋਈ ਸੋਝ ਆ, ਨਾ ਤਾਂ ਲਫ਼ਜ਼ਾਂ ਦਾ ਜਾਦੂ ਆ, ਨਾ ਉਹਦੇ ਵਿੱਚ ਕੋਈ ਅਲੰਕਾਰ ਆ, ਨਾ ਵਿਚਾਰ ਦੀ ਉੱਤਮਤਾ, ਨਾ ਭਾਵਨਾ ਦੀ ਵਿਸ਼ੇਸ਼ਤਾ, ਜੇ ਉਹਦੇ 'ਚ ਕੁਝ ਵੀ ਨਹੀਂ, ਬੰਦਾ ਉੱਦਾਂ ਹੀ ਕਹਿੰਦਾ, ਫਿਰ ਉਹਨੂੰ ਤੁਸੀਂ ਕਵਿਤਾ ਹੀ ਕਹੋਗੇ। ਮੈਂ ਨਹੀਂ ਕਹਿੰਦਾ ਇੱਦਾਂ, ਮਤਲਬ ਮੈਂ, ਤੁਸੀਂ ਹੁਣ ਕਿਆ ਕਰਕੇ ਮੈਂ ਤੁਹਾਨੂੰ ਜਵਾਬ ਦੇ ਦਿੱਤਾ ਇਸ ਗੱਲ ਦਾ। ਪਰ ਇਹਦਾ ਮਤਲਬ ਇਹੀ ਸੀ ਡਾਕਟਰ ਸਾਹਿਬ ਪੁੱਛਣ ਦਾ, ਕਿ ਇੱਕ ਕੁਝ ਲੋਕ ਆ ਉਹ ਕਹਿੰਦੇ ਵੀ ਜਿਹੜਾ ਤੁਸੀਂ ਗੀਤ ਸੁਣ ਕੇ ਬੰਦਾ ਤ੍ਰਿਪਤ ਹੋ ਗਿਆ, ਇੱਕ ਬੰਦਾ ਗਾਲਿਬ ਨੂੰ ਪੜ੍ਹ ਕੇ ਤ੍ਰਿਪਤ ਹੁੰਦਾ। ਉਹਨਾਂ ਦੇ ਮੈਂ ਤ੍ਰਿਪਤ ਵੀ ਨਹੀਂ ਹੁੰਦਾ, ਇਹ ਤੁਹਾਨੂੰ ਡਿਸਟਰਬ ਵੀ ਕਰਦਾ। ਜਿੱਦਾਂ ਫਰਜ਼ ਕਰੋ ਹੁਣ ਮੈਂ ਤੁਹਾਨੂੰ ਦੱਸਦਾ, ਇਹ ਇਕੱਲੀ ਜਣੀ ਨਾ ਕਵਿਤਾ ਜਾਂ ਕਵੀ ਦੇ ਕਥਨ ਤੇ ਹੀ ਇਹ ਗੱਲ ਨਿਰਭਰ ਨਹੀਂ ਕਰਦੀ, ਪਾਠਕ ਦੇ ਮਨ ਤੇ ਵੀ ਨਿਰਭਰ ਕਰਦੀ। ਮੈਂ ਹੁਣ ਤੁਹਾਨੂੰ ਸਾਦਾ ਜੇ ਇੱਕ ਗੱਲ ਦੱਸਦਾ, ਜਿਹੜੀ ਕਿਤਾਬ ਮੈਂ ਅੱਜ ਕੱਲ੍ਹ ਪੜ੍ਹਦਾ ਉਹਦਾ ਨਾਂ ਸਦਾ ਵਿਗਾਸ ਹੈ।
ਉਹਦੇ ਵਿੱਚ ਜਸਵੰਤ ਸਿੰਘ ਨੇਕੀ ਮੈਂ ਚਾਰ ਲਫ਼ਜ਼ ਇਹ ਵਰਤੂੰਗਾ, ਆਪੀ ਨੇ ਆਪ ਸਿਰਜ ਕੇ ਆਹ ਫਰਕ ਕਰੋ, ਇਹ ਲਫ਼ਜ਼ ਆ। ਪਰਮਾਤਮਾ ਦੇ ਬਾਰੇ ਉਹ ਕਹਿੰਦਾ, ਜਿਸ ਵੇਲੇ ਪਰਮਾਤਮਾ ਨੂੰ ਤੁਸੀਂ ਸੈਲਫ ਮੈਨੀਫੈਸਟ ਕਹਿੰਦੇ ਆ, ਉਹ ਆਪੀ ਨੇ ਆਪ ਸਿਰਜ ਕੇ ਇਹ ਗੱਲ ਕਹਿੰਦਾ। ਮੈਨੂੰ ਇਸ ਗੱਲ ਨੇ ਤੇ ਮੇਰੇ ਮਨ ਦੇ ਸਾਹਮਣੇ ਸਮੱਸਿਆ ਪੈਦਾ ਕਰਤੀ। ਮੈਂ ਕਹਿੰਦਾ ਵੀ ਜੇ ਆਪ ਉਹ ਪਹਿਲਾਂ ਸੀਗਾ, ਉਹਨੇ ਤਾਂ ਹੀ ਆਪਣੇ ਆਪ ਨੂੰ ਸਿਰਜਿਆ, ਆਪ ਆਪਣੇ ਆਪ ਨੂੰ ਸਿਰਜਿਆ, ਇਹਦਾ ਮਤਲਬ ਆਪ ਤਾਂ ਹੈ ਨਾ, ਤੇ ਫਿਰ ਸਿਰਜਣ ਦੀ ਕੀ ਲੋੜ ਆ? ਜਾਣੀ ਹੋ ਸਕਦਾ ਇਹ ਸਵਾਲ ਹਰ ਇੱਕ ਬੰਦੇ ਦੇ ਮਨ 'ਚ ਨਾ ਪੈਦਾ ਹੋਵੇ, ਮੇਰੇ ਮਨ ਵਿੱਚ ਇਹ ਹੋਇਆ। ਸੋ ਕਵਿਤਾ ਤੁਹਾਨੂੰ ਸੰਤੁਸ਼ਟ ਨਹੀਂ ਕਰਦੀ, ਤੁਹਾਨੂੰ ਡਿਸਟਰਬ ਵੀ ਕਰਦੀ ਆ, ਤੁਹਾਨੂੰ ਚੇਤਨ ਵੀ ਕਰਦੀ ਆ, ਤੁਹਾਨੂੰ ਪਹਿਲਾਂ ਨਾਲੋਂ ਬਿਹਤਰ ਵੀ ਬਣਾਉਂਦੀ ਆ। ਇਸ ਗੱਲ ਦਾ ਨਿਰਭਰ ਇਸ ਗੱਲ ਤੇ ਆ ਵੀ ਕੌਣ ਸੁਣਦਾ। ਚੀਜ਼ ਹੈ ਇੱਕ, ਦੁੱਧ ਪੀ ਕੇ ਤੁਹਾਨੂੰ ਪਤਾ ਵੀ ਬੰਦਾ ਮਤਲਬ ਸਿਹਤਮੰਦ ਵੀ ਹੁੰਦਾ, ਸੱਪ ਨੂੰ ਦੁੱਧ ਪਾ ਦੇ ਉਹਦੇ ਅੰਦਰ ਉਹੀ ਦੁੱਧ ਜ਼ਹਿਰ ਵੀ ਬਣਦਾ। ਜੇ ਹੁਣ ਫਰਜ਼ ਕਰੋ ਤੁਸੀਂ ਮੈਨੂੰ ਸ਼ੁਰੂ ਕੀਤਾ, ਮੈਂ ਤਾਂ ਕਹਿੰਦਾ ਵੀ ਕਵਿਤਾ ਦਾ ਹਾਣੀ ਨਾ ਕਈ ਵਾਰ ਕਵੀ ਵੀ ਨਹੀਂ ਹੁੰਦਾ, ਕਵੀ ਵੀ ਮਗਰੋਂ ਡਿਸਟਰਬ ਹੋ ਜਾਂਦਾ। ਮੈਂ ਤੁਹਾਨੂੰ ਬਹੁਤ ਨਿੱਕਾ ਜਿਹਾ ਇੱਕ ਸ਼ੇਰ ਸੁਣਾਉਣਾ, ਜਿਹਦੀ ਵਿਆਖਿਆ ਕਰਨ ਲੱਗਾ, ਕਵਿਤਾ ਲਿਖਣ ਲੱਗੇ ਨਹੀਂ ਉਹਨੂੰ ਤਕਲੀਫ ਹੋਈ ਹੋਣੀ, ਤੈਨੂੰ ਮੈਨੂੰ ਸੁਣਨ ਲੱਗੇ ਨਹੀਂ ਹੋਈ ਹੋਣੀ। ਜਦੋਂ ਦੀ ਮੈਂ ਵਿਆਖਿਆ ਮੰਗਦਾ ਤਾਂ ਉਹਦੇ 'ਚ ਇਹ ਹਿੰਮਤ ਨਹੀਂ ਇਹ ਗੱਲ ਕਹਿਣ ਦੀ। ਆਹ ਸ਼ੇਰ ਦੇਖ ਲਾ, ਆਪਾਂ ਬਹੁਤ ਵਾਰ ਸੁਣਿਆ ਹੋਣਾ ਕਿ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਦੀ ਭੀੜ ਵਿੱਚ ਰੱਬ ਢੂੰਡਦਾ ਫਿਰਦਾ ਕਿ ਮੇਰਾ ਬੰਦਾ ਕਿੱਧਰ ਗਿਆ। ਮੈਂ ਇੱਕ ਭਰੀ ਮਜਲਿਸ 'ਚ ਇਸੇ ਸ਼ਹਿਰ ਦੇ ਵਿੱਚ ਸੁਰਜੀਤ ਪਾਤਰ ਦਾ ਇਹ ਸ਼ੇਰ ਹੈ, ਉਹਨੂੰ ਪੁੱਛਿਆ ਵੀ ਪਾਤਰ ਸਾਹਿਬ, ਸਿੱਖ, ਮੁਸਲਮਾਨ ਤੇ ਹਿੰਦੂ ਬੰਦੇ ਨਹੀਂ ਹੁੰਦੇ? ਜਾਣੀ ਇਹਨਾਂ ਦੀ ਭੀੜ ਵਿੱਚ ਬੰਦਾ ਗਵਾਚ ਗਿਆ। ਤੁਸੀਂ ਮੈਨੂੰ ਦੱਸੋ ਵੀ ਸਿੱਖ, ਹਿੰਦੂ, ਮੁਸਲਮਾਨ ਹੋਣ ਦੇ ਵਿੱਚ ਬੰਦੇ ਅੰਦਰਲਾ ਜਿਹੜਾ ਬੰਦਈ ਤੱਤ ਆ, ਲੋਕ ਤਾਂ ਕਹਿੰਦੇ ਆ ਵੀ ਤੁਹਾਡਾ ਧਰਮ ਤੁਹਾਨੂੰ ਉਤਾਂ ਚੱਕਦਾ, ਆਪਾਂ ਕਹਿੰਦੇ ਆ ਵੀ ਬੰਦਾ ਰਹੇ ਨਹੀਂ ਉਹ, ਤੇ ਇਹ ਇੱਕ ਬਹੁਤ ਖਤਰਨਾਕ ਗੱਲ ਆ। ਮੈਂ ਪੁੱਛਿਆ, ਮੈਂ ਕਿਹਾ ਜੇ ਪਾਤਰ ਸਾਹਿਬ ਇਸ ਗੱਲ ਦੀ ਤੁਸੀਂ ਵੀ ਮੈਂ ਵਿਆਖਿਆ ਕਰਾਂ ਤੇ ਮੈਨੂੰ ਤਾਂ ਲੋਕ ਕਹਿਣਗੇ ਜੀ ਇਹ ਤਾਂ ਨਾਸਤਿਕ ਹੈ, ਤਾਂ ਵਿਗੜਿਆ, ਕੁਝ ਵੀ ਕਹਿ ਸਕਦੇ ਆ। ਤੁਸੀਂ ਇਸ ਗੱਲ ਦੀ ਵਿਆਖਿਆ ਮੈਨੂੰ ਕਰਕੇ ਦੱਸੋ ਵੀ ਸਿੱਖ ਹੋਣਾ ਜਾਂ ਮੁਸਲਮਾਨ ਹੋਣਾ ਜਾਂ ਹਿੰਦੂ ਹੋਣਾ ਬੰਦਾ ਹੋਣਾ ਨਹੀਂ। ਉਹਨਾਂ ਨੇ ਆਪਣੀ ਤਕਰੀਰ ਦੇ ਵਿੱਚ ਇਸ ਗੱਲ ਨੂੰ 100% ਝੰਗੋਲਿਆ ਕਰ ਦਿੱਤਾ, ਨਹੀਂ ਕੀਤੀ ਇਸ ਗੱਲ ਦੀ ਵਿਆਖਿਆ। ਸੋ ਇਹ ਕਵਿਤਾ ਨੇ ਕੀ ਕਰਨਾ ਨਾ, ਕਵੀ ਨੂੰ ਵੀ ਕੀ ਕਰਨਾ, ਇਹ ਵੀ ਇੱਕ ਸਵਾਲ ਆ। ਮੈਂ ਫਿਰ ਕਹਿਣਾ, ਬੰਦੇ ਤੇ ਡਿਪੈਂਡ ਕਰਦਾ। ਉਹੀ ਆ ਨਿੱਕਾ ਜਿਹਾ ਨਿੱਕੀਆਂ ਨਿੱਕੀਆਂ 2 ਸਤਰ ਨਾ, ਸੇਵਾ ਦੇਸ਼ ਦੀ ਜ਼ਿੰਦੜੀ ਹੈ ਖਰੀ ਔਖੀ, ਉਹਨੇ ਸਰਾਬਾ ਵੀ ਪੈਦਾ ਕਰਤਾ। ਲੱਖਾਂ ਲੋਕ ਇਹਨੂੰ ਰਿਪੀਟ ਕਰਦੇ, ਉਹਨਾਂ ਨੂੰ ਕੁਝ ਵੀ ਨਹੀਂ ਹੁੰਦਾ। ਸਰਾਬੇ ਦੇ ਵਿੱਚੋਂ, ਸਰਾਬੇ ਦੀਆਂ ਇਹਨਾਂ ਸਤਰਾਂ ਦੇ ਵਿੱਚੋਂ ਭਗਤ ਸਿੰਘ ਵੀ ਆਇਆ, ਭਗਤ ਸਿੰਘ ਦੀ ਜ਼ਿੰਦਗੀ ਦੇ ਵਿੱਚੋਂ ਊਧਮ ਸਿੰਘ ਵੀ ਆਇਆ, ਮਗਰੋਂ ਕਈ ਕਵੀ ਆਏ, ਪਰ ਹਰ ਇੱਕ ਤੇ ਇੱਕੋ ਜਿਹਾ ਅਸਰ ਨਹੀਂ ਹੁੰਦਾ। ਜਾਣੀ ਕਵਿਤਾ ਦੀ ਜਿਹੜੀ ਆਪਣੀ ਨੋਈਅਤ ਆ ਨਾ, ਉਹਦੇ ਨਾਲੋਂ ਵੱਧ, ਉਹਦੇ ਨਾਲੋਂ ਨਾਲ ਪਾਠਕ ਕਿੱਦਾਂ ਦਾ, ਸਰੋਤਾ ਕਿੱਦਾਂ ਦਾ ਨਾ, ਉਹਨੇ ਕੀ ਉਹਦੇ ਚੋਂ ਕੱਢਣਾ, ਉਹਨੂੰ ਕੀ ਮੰਤਵ ਦੇਣਾ ਨਾ, ਇਹ ਜ਼ਿਆਦਾ ਨਿਰਭਰ ਕਰਦਾ ਇਸ ਗੱਲ ਤੇ। ਡਾਕਟਰ ਸਾਹਿਬ, ਮੈਂ ਇਸੇ ਗੱਲ ਤੇ ਆ ਰਿਹਾ। ਹੁਣ ਤੁਸੀਂ ਕਿਹਾ ਵੀ ਤੁਸੀਂ ਜਸਵੰਤ ਸਿੰਘ ਨੇਕੀ ਹੋਣਾ ਦੀ ਸਤਰ ਦੱਸੀ, ਸੁਰਜੀਤ ਪਾਤਰ ਹੋਣਾ ਦੀ, ਇਹਦੇ ਕਈ ਅਰਥ ਆ, ਜਿਹੜਾ ਬੰਦਾ ਪੜੂਗਾ ਉਹਦੇ ਅਰਥ ਡੂੰਘੇ ਆ। ਕਿ ਇਹਨੂੰ ਉੱਤਮ ਕਵਿਤਾ ਮੰਨਿਆ ਜਾਵੇ, ਸਤਈ ਕਵਿਤਾ ਨੂੰ ਨਹੀਂ ਉੱਤਮ ਕਿਹਾ ਜਾ ਸਕਦਾ? ਮੈਂ ਜੇ ਸੱਚ ਪੁੱਛੋ ਨਾ, ਮੈਂ ਉੱਤਮ ਤੇ ਨੀਚ ਵਿੱਚ ਪੈਂਦਾ ਨਹੀਂ। ਮੈਂ ਤਾਂ ਬੇਨਤੀ ਕਰਦਾ, ਇੱਕ ਮੈਂ ਫਰਜ਼ ਕਰੋ ਨਾ, ਆਦਮੀ ਨੂੰ ਵੀ ਮੈਂ ਉੱਤਮ ਨੀਚ ਨਹੀਂ ਕਹਿੰਦਾ, ਉੱਦਾਂ ਇਹ ਕਹਿਣਾ ਪੈਂਦਾ। ਜੇ ਮੈਨੂੰ ਫਰਜ਼ ਕਰੋ ਨਾ, ਆਮ ਆਦਮੀ ਦੀ ਬੌਧਿਕ ਪੱਧਰ, ਜਜ਼ਬਾਤੀ ਪੱਧਰ ਜਾਂ ਵਿਚਾਰਧਾਰਕ ਦੇ ਪੱਧਰ ਦੇ ਤੌਰ ਤੇ ਤੁਸੀਂ ਮੈਨੂੰ ਉੱਤਮ ਨੀਚ ਕਹੋਗੇ, ਮੈਂ ਨਹੀਂ ਕਹੂੰਗਾ। ਮੈਂ ਉਹਦੇ ਕਰਮ ਦੇ ਪੱਧਰ ਤੇ ਤਾਂ ਕਹਿ ਸਕਦਾ ਕਿ ਜੇ ਫਰਜ਼ ਕਰੋ ਕੋਈ ਬੰਦਾ ਬੇਈਮਾਨ ਹੈ, ਕਾਤਲ ਹੈ, ਐਵੇਂ ਹੀ ਬੰਦਿਆਂ ਨੂੰ ਕੋਈ ਮਾਰੀ ਜਾਂਦਾ। ਜੇ ਬੰਦੇ ਦੇ ਵਿੱਚ ਮਤਲਬ ਸਮਰੱਥਾ ਜਿਹੜੀ ਨਾ ਕੰਮ ਕਰਨ ਦੀ ਆਮ ਵੀ ਆ, ਛੋਟੀ ਵੀ ਆ, ਮੈਂ ਉਹਨੂੰ ਉੱਤਮ ਨੀਚ ਨਹੀਂ ਕਹਿੰਦਾ। ਮੈਂ ਉਸ ਬੰਦੇ ਨੂੰ ਸਲਾਮੇ ਕਰਦਾ। ਤੁਸੀਂ ਪਤਾ ਨਹੀਂ ਮੈਂ ਮਤਲਬ ਕੀ ਤੁਹਾਡੇ ਮਨ 'ਚ ਕੀ ਸਵਾਲ ਹੈ ਉੱਤਮ ਨੀਚ ਦਾ? ਮੈਂ ਇਹ ਉੱਤਮ ਨੀਚ ਦਾ ਨਹੀਂ ਜੀ, ਮੈਂ ਇਹ ਕਹਿੰਦਾ ਵੀ ਸਾਡੇ ਕੁਛ ਕਵੀ ਆ, ਇਹ ਮਹਾਨ ਕਵੀ ਅਸੀਂ ਕਹਿੰਦੇ, ਇਹ ਵੱਡੇ ਕਵੀ ਆ। 5-4 ਨਾਂ ਹਰੇਕ ਲਹਿਰ ਦੇ ਵਿੱਚ ਸਾਡੇ ਕੋਲ ਨਾਂ ਹੁੰਦੇ ਆ। ਹੁਣ ਅਸੀਂ ਕਹਿੰਦੇ ਵੀ ਪਾਤਰ ਸਾਹਿਬ ਤੋਂ ਬਾਅਦ ਕੋਈ ਕਵੀ ਐਡਾ ਵੱਡਾ ਹੈ ਨਹੀਂ ਉਹਨਾਂ ਜਿਹੜਾ, ਮਤਲਬ ਇੱਕ ਅਸੀਂ ਉਹਨੂੰ ਮਿਣਦੇ ਹਾਂ ਕਿਸੇ ਉਹਦੇ ਨਾਲ ਮਾਪਦੰਡ ਦੇ ਨਾਲ। ਇੱਦਾਂ ਮੈਂ ਜਾਣਨਾ ਅਸਲ 'ਚ ਇਹ ਚਾਹੁੰਦਾ ਕਿ ਸਧਾਰਨ ਬੰਦਾ ਜਿਹੜਾ ਸਧਾਰਨ ਗੀਤ ਸੁਣਦਾ, ਉਹਦੇ ਵਿੱਚ ਵੀ ਉਹੀ ਸੁਹਜ ਹੈਗਾ ਆ। ਇੱਕ ਬਹੁਤ ਡੂੰਘੇ, ਤੁਸੀਂ ਬਹੁਤ ਮਤਲਬ ਪੜ੍ਹਦੇ ਲਿਖਦੇ ਹੋ, ਉਹ ਗੱਲਬਾਤ ਕੀਤੀ ਹੈ, ਜਾਂ ਉਹਦੇ ਵਿੱਚ ਕੋਈ ਫਰਕ ਹੁੰਦਾ, ਜਾਂ ਇਹ ਤ੍ਰਿਪਤੀ ਸਾਰਿਆਂ ਦੇ ਵਿੱਚ ਬਰਾਬਰ ਹੀ ਹੁੰਦੀ ਹੈ? ਚਲੋ ਮੈਂ ਕਹਿ ਸਕਦਾ ਬੰਦੇ ਦੀ ਆਪਣੀ ਸੋਚ ਦੀ ਸਮਰੱਥਾ, ਬੰਦੇ ਦੀ ਵਿਚਾਰ ਦੀ ਸਮਰੱਥਾ, ਬੰਦੇ ਦੀ ਮਹਿਸੂਸ ਕਰਨ ਦੀ, ਬੰਦੇ ਦੀ ਜਾਣਨ ਦੀ ਜੇ ਸਮਰੱਥਾ ਦੇ ਵਿੱਚ ਫਰਕ ਹੈ ਤਾਂ ਥੋੜ੍ਹਾ ਬਹੁਤ ਫਰਕ ਹੋਊਗਾ। ਪਰ ਇਹਨਾਂ ਫਰਕਾਂ ਨੂੰ ਮੈਂ ਚੰਗਾ ਬੁਰਾ ਨਹੀਂ ਕਹਿੰਦਾ। ਇੱਦਾਂ ਹੀ ਆ ਵੀ ਆਹ ਪੌੜੀ ਦਾ ਡੰਡਾ, ਇੱਕ ਪੌੜੀ ਦਾ ਡੰਡਾ ਉੱਚਾ ਨੀਵਾਂ ਆ, ਸਾਰਿਆਂ ਦਾ ਆਪਣਾ ਆਪਣਾ ਥਾਂ ਆ। ਹੁਣ ਤੱਕ ਜਿਹੜੀ ਪੰਜਾਬੀ ਕਵਿਤਾ ਦਾ, ਆਧੁਨਿਕ ਪੰਜਾਬੀ ਕਵਿਤਾ ਨੂੰ ਜੇ ਅਸੀਂ ਦੇਖੀਏ, ਇਹਦੇ ਕਿਹੜੇ ਰੂਪ ਬਦਲ ਰਹੇ ਆ, ਜਾਂ ਹੁਣ ਕੋਈ ਟ੍ਰੈਂਡ ਪਾਤਰ ਸਾਹਿਬ ਤੋਂ ਬਾਅਦ ਜਿਹੜਾ ਅਸੀਂ ਰੱਖਦੇ ਹਾਂ, ਕੁਛ ਹੈਗਾ ਜਿਹਨੂੰ ਜੁਝਾਰਵਾਦੀ ਕਵਿਤਾ ਕਹਿੰਦੇ ਸੀ, ਉਹਦੇ ਤੋਂ ਬਾਅਦ? ਦੇਖੋ ਜੀ, ਇਮਾਨਦਾਰੀ ਤਾਂ ਇਹ ਆ ਵੀ ਜਿਹੜੀ ਹੋਣ ਵਾਲੀ ਕਵਿਤਾ, ਉਹ ਮੈਂ ਬਹੁਤੀ ਪੜ੍ਹੀ ਨਹੀਂ।
ਮਤਲਬ ਇੱਥੇ ਰਹਿਣ ਕਰਕੇ ਨਾ ਮਤਲਬ ਪੜ੍ਹੀ ਨਹੀਂ ਹੈ, ਪਰ ਲੇਕਿਨ ਇਹ ਆ ਵੀ ਜਿਹੜੀਆਂ ਕਈ ਸਤਰਾਂ ਜਿਹੜੀਆਂ ਨਾ ਮਤਲਬ ਮੈਨੂੰ ਮਿਸਾਲ ਦੇ ਤੌਰ ਤੇ ਨੀਤੂ ਅਰੋੜਾ ਦੀ ਇੱਕ ਕਵਿਤਾ, ਉਹ ਔਰਤ ਦੇ ਬਾਰੇ ਗੱਲ ਕਰਦੀ ਆ ਵੀ ਤੁਸੀਂ ਔਰਤ ਉਸ ਔਰਤ ਨੂੰ ਵਿਗੜੀਓ ਸਮਝਦੇ ਆ ਜੇ ਹੱਥ ਵਿੱਚ ਝੋਲਾ, ਉਹਦੇ 'ਚ ਸੁਰਖੀ ਬਿੰਦੀ ਨਹੀਂ, ਉਹਦੇ 'ਚ ਕਾਗਜ਼ ਤੇ ਪੈਨ ਆ, ਉਹਦਾ ਹਾਰ ਸ਼ਿੰਗਾਰ ਬਾਰੇ ਨੂੰ ਰਵੱਈਆ ਨਹੀਂ, ਉਹ ਸੋਚ ਵਿਚਾਰ ਵਾਲੀ ਗੱਲ ਆ। ਮੈਨੂੰ ਇਸ ਗੱਲ ਨੇ ਫਰਜ਼ ਕਰੋ ਨਾ ਕਿ ਮੇਰੇ ਮਨ 'ਚ ਇੱਕ ਨਵਾਂ ਵਿਚਾਰ ਪੈਦਾ ਕੀਤਾ ਵੀ ਜਿਹੜਾ ਔਰਤ ਦੇ ਬਾਰੇ ਤੁਹਾਡਾ ਪਰੰਪਰਿਕ ਵਿਚਾਰ ਆ ਉਹਨੂੰ ਇੱਕ ਉਹਨੇ ਚੁਣੌਤੀ ਦਿੱਤੀ ਆ ਤੇ ਮਤਲਬ ਨਵੀਂ ਗੱਲ ਕੀਤੀ ਆ। ਉੱਦਾਂ ਮੈਂ ਤੁਹਾਨੂੰ ਦੱਸਦਾ ਵੀ ਕਵਿਤਾ ਬੰਦਿਆਂ ਨੂੰ ਨਾ ਬਹੁਤਾ ਬੰਦੇ ਦਾ ਬਦਲਣਾ ਬਹੁਤ ਔਖਾ, ਬੰਦਿਆਂ ਨੂੰ ਬਦਲਦੀ ਨਹੀਂ ਕਵਿਤਾ। ਜਿੱਦਾਂ ਮੈਂ ਹੁਣ ਤੁਹਾਨੂੰ ਆਮ ਗੱਲ ਕਰਦਾ, ਕੁਛ ਬੰਦੇ ਹੁੰਦੇ ਆ ਜਿੱਦਾਂ ਪੂਰਨ ਸਿੰਘ ਨੇ ਕਿਹਾ ਆ ਵੀਰ ਰਾਂਝਿਆ ਆ ਭੈਣ ਹੀਰੇ ਸਾਨੂੰ ਛੋੜ ਜਾਵੋ ਨਾ। ਮੈਨੂੰ ਤੁਸੀਂ ਦੱਸੋ ਕਿੰਨੇ ਪੰਜਾਬੀ ਆ ਜਿਹੜੇ ਹੀਰ ਨੂੰ ਆਪਣੀ ਭੈਣ ਮੰਨਦੇ ਆ? ਘਰ 'ਚ ਜਿਸ ਵੇਲੇ ਹੀਰ ਪੈਦਾ ਹੁੰਦੀ ਆ, ਇੱਕ ਔਸਤ ਪੰਜਾਬੀ ਦਾ ਜਿਹੜਾ ਰਵੱਈਆ ਉੱਦਾਂ ਦਾ ਨਹੀਂ ਹੁੰਦਾ। ਪਰ ਇਹ ਗੱਲ ਜੇ ਫਰਜ਼ ਕਰੋ ਤੂੰ ਮੈਂ ਪੜ੍ਹੀ, ਮੈਨੂੰ ਇਸ ਗੱਲ ਨੇ ਝਟਕਾ ਦਿੱਤਾ ਪਹਿਲਾਂ ਹੀ ਜਿਸ ਵੇਲੇ 15 ਸਾਲ ਦੀ ਉਮਰ 'ਚ ਸੀ, ਜਾਂ ਉਹਦੀਆਂ ਇਹ ਲਾਈਨਾਂ ਵੀ ਰੱਬ ਦੀ ਪੂਜਾ ਮੰਨਿਆ ਗੁਨਾਹ ਸੀ ਅਸਾਂ ਛੱਡ ਦਿੱਤੀ, ਪਰ ਇਹ ਠੀਕਰੀਆਂ ਦੀ ਪੂਜਾ ਕਥਾਉਂ ਦਾ ਪੁੰਨਿਆ। ਮੈਨੂੰ ਝੰਜੋੜਿਆ ਇਸ ਗੱਲ ਨੇ, ਮੈਨੂੰ ਇਸ ਗੱਲ ਨੇ ਝੰਜੋੜਿਆ। ਇਹ ਤਾਂ ਬੰਦੇ ਤੇ ਆ ਵੀ ਬੰਦੇ ਨੇ ਕੀ ਲੈਣਾ ਉਹ 'ਚੋਂ, ਕਿੰਨਾ ਤਬਦੀਲ ਹੋਣਾ। ਮੈਂ ਇੱਦਾਂ ਕਹਿ ਸਕਦਾ ਜਿੱਦਾਂ ਫਰਜ਼ ਕਰੋ ਆਪਾਂ ਨਿੱਕੀ ਜਿਹੀ ਗੱਲ ਕਰਦੇ ਹਾਂ, ਉੱਤਮ ਗੱਲ ਕਰਨੀ ਔਖੀ ਨਹੀਂ, ਉੱਤਮ ਗੱਲ ਲਿਖਣੀ ਵੀ ਔਖੀ ਨਹੀਂ, ਉੱਤਮ ਬੰਦਾ ਬਣਨਾ ਬਹੁਤ ਔਖਾ। ਜਾਣੀ ਜਿੱਦਾਂ ਮਨ ਵਚਨ ਤੇ ਕਰਮ ਦੀ ਜਿਹੜੀ ਇਕਸਾਰਤਾ ਜਿੱਦਾਂ ਆਮ ਆਦਮੀ ਲਈ ਔਖੀ ਆ, ਸ਼ਾਇਰਾਂ ਲਈ ਵੀ ਇੱਦਾਂ ਹੀ ਆ। ਸ਼ਾਇਰ ਜੋ ਕਹਿੰਦੇ ਆ ਹੁੰਦੇ ਨਹੀਂ, ਕਹਿ ਦੇਣਾ ਤਾਂ ਮਤਲਬ ਇੱਕ ਜੁਗਤ ਆ, ਇੱਕ ਕੌਸ਼ਲ ਆ ਨਾ, ਉੱਦਾਂ ਦੇ ਹੋਣਾ ਜਿਹੜਾ ਨਾ ਉਹ ਬਹੁਤ ਵੱਡੀ ਗੱਲ ਆ। ਮੈਂ ਉਸ ਬੰਦੇ ਨੂੰ ਸਲਾਮ ਕਰਦਾ ਜਿਹੜਾ ਸਰਲ ਸਾਦਾ ਬੇਸ਼ੱਕ ਹੋਵੇ, ਆਮ ਆਦਮੀ ਹੋਵੇ, ਪਰ ਆਪਣੇ ਬਚਨਾਂ ਦੇ ਮੁਤਾਬਕ ਆਪਣੀ ਜ਼ਿੰਦਗੀ ਬਸਰ ਕਰਦਾ ਹੋਵੇ। ਕਵਿਤਾ ਕਵੀ ਨਾਲੋਂ ਵੱਖਰੀ ਨਹੀਂ ਹੁੰਦੀ। ਮੈਂ ਕਿਸੇ ਕਵੀ ਦੀ ਕਵਿਤਾ ਪੜ੍ਹੀ, ਮੈਨੂੰ ਜ਼ਰੂਰੀ ਨਹੀਂ ਕਿ ਪਾਤਰ ਜਾਂ ਸ਼ਿਵ ਕੁਮਾਰ ਜਿਹੜਾ ਉਹ ਉਸ ਤਰ੍ਹਾਂ ਦਾ ਹੋਵੇ ਜਿਸ ਤਰ੍ਹਾਂ ਦੀ ਉਹਨੇ ਕਵਿਤਾ ਲਿਖੀ। ਕੀ ਕਵਿਤਾ ਜਦੋਂ ਲਿਖੀ ਜਾਂਦੀ ਉਹ ਸੁਤੰਤਰ ਨਹੀਂ ਹੋ ਜਾਂਦੀ ਕਵੀ ਨਾਲੋਂ? ਮੈਨੂੰ ਨਹੀਂ ਤਵੱਕੋ ਰੱਖਣੀ ਚਾਹੀਦੀ। ਮੇਰੇ ਦੇ ਮਨ ਦੇ ਵਿੱਚ ਫਰਜ਼ ਕਰ ਤੂੰ ਮੇਰੇ ਨਾਲ ਕੋਈ ਵਚਨ ਕਰਦਾ, ਮੇਰੇ ਮਨ ਦੇ ਵਿੱਚ ਇਹ ਇੱਛਾ ਵੀ ਤੂੰ ਆਪਣੇ ਵਚਨ ਦੇ ਮੁਤਾਬਕ ਹੋਵਾਂ, ਬਾਕੀ ਤੇਰੀ ਚੋਣਾਂ ਤੇ ਹੋਣਾ ਕਿ ਨਹੀਂ ਹੋਣਾ। ਜੇ ਫਰਜ਼ ਕਰੋ ਨਾ ਕਵੀ ਉੱਦਾਂ ਦਾ ਨਹੀਂ, ਵੱਖਰੀ ਜੇ ਹੋ ਜਾਂਦੀ ਆ, ਕਹਿਣ ਨੂੰ ਤਾਂ ਇੱਦਾਂ ਹੀ ਆ ਕਵਿਤਾ ਤਾਂ ਪਈ ਆ ਕਾਗਜ਼ ਤੇ, ਕਵਿਤਾ ਤਾਂ ਨਿਕਲ ਗਈ ਵੀ ਉਹ ਇੱਕ ਵੱਖਰੀ ਹੋ ਗਈ। ਪਰ ਮੈਂ ਬਾਕੀ ਸਾਰੇ ਹੁਨਰਾਂ ਦੇ ਵਿੱਚੋਂ ਕਵਿਤਾ ਨੂੰ ਇਸ ਕਰਕੇ ਮਤਲਬ ਦੂਸਰਿਆਂ ਨਾਲੋਂ ਡਿਫਰੈਂਟ ਸਮਝਦਾ ਵੀ ਆਪਾਂ ਬੋਲਾਂ ਦੇ ਪੂਰੇ ਹੋਣ ਨੂੰ, ਬਚਨਾਂ ਦੇ ਪੂਰੇ ਹੋਣ ਨੂੰ, ਆਪਣੇ ਬੋਲ ਪਗਾਉਣ ਨੂੰ ਇਹ ਆਪਾਂ ਬਹੁਤ ਉੱਤਮ ਮੰਨਦੇ ਹਾਂ, ਜਨ ਜੀਵਨ ਵਿੱਚ ਵੀ ਉੱਤਮ ਮੰਨਦੇ ਹਾਂ। ਮੇਰੇ ਸਾਹਿਤਕ ਸੋਚ ਦੇ ਵਿੱਚ ਇਹ ਨਹੀਂ ਮੰਨਦੇ। ਮੇਰੀ ਇੱਛਾ ਤਾਂ ਇਹ ਹੁੰਦੀ ਆ ਵੀ ਜੇ ਫਰਜ਼ ਕਰੋ ਨਾ ਕੋਈ ਬੰਦਾ, ਉੱਦਾਂ ਮੈਂ ਕਹਿ ਸਕਦਾ, ਉੱਦਾਂ ਤਾਂ ਕਹਿਣ ਦੀ ਤਾਂ ਗੱਲ ਇੱਦਾਂ ਹੀ ਆ ਵੀ ਜਿਹੜੀ ਹਾਏ ਇਹ ਗੱਲਬਾਤ ਵਿਚਲਾ ਫੈਸਲਾ ਜੇ ਕਵੀ ਦੇ ਵਿੱਚ ਵੀ ਇਹ ਰਹਿ ਗਿਆ, ਜੇ ਕਵੀ ਨੂੰ ਇਸ ਗੱਲ ਦੀ ਤਕਲੀਫ ਆ ਪਿਆ ਬੰਦਾ ਉੱਦਾਂ ਗੱਲਾਂ ਬਹੁਤ ਸੋਹਣੀਆਂ ਕਰਦਾ ਪਰ ਉੱਦਾਂ ਦਾ ਹੈ ਨਹੀਂ, ਤਾਂ ਮੈਨੂੰ ਕਵੀ 'ਤੇ ਵੀ ਇਤਰਾਜ਼ ਆ ਪਿਆ ਬੰਦਾ ਕਵਿਤਾ ਯਾਰ ਲਿਖਦਾ ਬਹੁਤ ਸੋਹਣੀਆਂ ਪਰ ਬੰਦਾ ਤਾਂ ਹੋਇਆ ਨਹੀਂ। ਮੈਨੂੰ ਹੈਗਾ ਇਤਰਾਜ਼, ਕਿਸੇ ਨੂੰ ਨਹੀਂ ਹੁੰਦਾ ਨਾ ਸਹੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ। ਥੈਂਕ ਯੂ ਜੀ। ਦੋਸਤੋ ਅਸੀਂ ਡਾਕਟਰ ਸਾਹਿਬ ਸਿੰਘ ਹੋਣਾ ਨਾਲ ਗੱਲਬਾਤ ਕੀਤੀ ਕਵਿਤਾ ਬਾਰੇ, ਬਹੁਤ ਮੁੱਢਲੀਆਂ ਗੱਲਾਂ ਤੇ ਬਹੁਤ ਡੂੰਘੀਆਂ ਗੱਲਾਂ ਜਿਹੜੀਆਂ ਕਿ ਹਰ ਇੱਕ ਵਿਅਕਤੀ ਦੇ ਮਨ ਵਿੱਚ ਹੁੰਦੀਆਂ। ਕੈਮਰਾਮੈਨ ਅਮਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।